सो सिर लेख है लाए विचों आप गवाए कह रहन सच लिव लाए। ਇਹ ਸ਼ਬਦ ਨੂੰ ਲੇਖੇ ਨਹੀਂ ਪੜਨਾ, ਖੱਖੇ ਦੇ ਨਾਲ ਦੁਲਾਵਾਂ ਨੇ ਲੇਖ ਹੈ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖ ਹੈ ਲਾਏ। ਲੇਖ ਹੈ ਲਾਏ ਦਾ ਮਤਲਬ ਹੁੰਦਾ ਹੈ ਕਿ ਸਫਲ ਕਰ ਲੈਂਦਾ ਹੈ, ਯਾਨੀ ਉਹਦਾ ਜੀਵਨ ਜਿਹੜਾ ਮੁਬਾਰਕ ਹੋ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਸਤਿਗੁਰ ਦੀ ਦੱਸੀ ਸੇਵਾ ਕਰਦਾ ਹੈ, ਸਤਿਗੁਰ ਸੇਵੇ ਆਪਣਾ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰਦਾ ਹੈ। ਸੋ ਸਿਰ ਲੇਖੇ ਲਾਏ, ਉਹ ਆਪਣਾ ਸਿਰ ਸਫਲਾ ਕਰ ਲੈਂਦਾ ਹੈ, ਲੇਖੇ ਲਾ ਲੈਂਦਾ ਹੈ। ਇੱਥੇ ਸਿਰ ਦਾ ਮਤਲਬ ਆਪਣਾ ਜੀਵਨ, ਮਨੁੱਖਾ ਜਨਮ ਸਫਲ ਕਰ ਲੈਂਦਾ ਹੈ, ਫਲਦਾਇਕ ਕਰ ਲੈਂਦਾ ਹੈ। ਉਹਦੇ ਜੀਵਨ ਵਿੱਚ ਸੁੱਖ ਪੈਦਾ ਹੁੰਦਾ ਹੈ, ਆਨੰਦ ਪੈਦਾ ਹੁੰਦਾ ਹੈ। ਉਹ ਸਮਾਜ ਦਾ ਸੁਧਾਰ ਕਰਦਾ ਹੈ ਔਰ ਦੁਨੀਆ ਨੂੰ ਬਹੁਤ ਕੁਛ ਦੇ ਜਾਂਦਾ ਹੈ। ਯਾਨੀ ਇਹ ਜੀਵਨ ਮੁਬਾਰਕ ਉਸਦਾ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਆਪਣੇ ਇਸ ਜੀਵਨ ਨੂੰ ਬਿਤਾਉਂਦਾ ਹੈ। ਤੇ ਉਹ ਕਰਦਾ ਕੀ ਹੈ? ਐਸੇ ਮਨੁੱਖ ਕੀ ਕਰਦੇ ਨੇ? ਉਹਨਾਂ ਦੀ ਨਿਸ਼ਾਨੀ ਕੀ ਹੈ? ਵਿੱਚੋਂ ਆਪ ਗਵਾਏ ਗਏ। ਵਿੱਚੋਂ ਦਾ ਮਤਲਬ ਆਪਣੇ ਅੰਦਰੋਂ, ਆਪ ਦਾ ਮਤਲਬ ਹੰਕਾਰ। ਉਹ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਦੂਰ ਕਰ ਲੈਂਦੇ ਨੇ। ਰਹਿਣ ਸੱਚ ਲਿਵ ਲਾਏ, ਔਰ ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਸੱਚ ਵਿੱਚ, ਸੱਚ ਦੇ ਅੰਦਰ ਉਹ ਆਪਣੀ ਲਗਨ ਲਾਈ ਰੱਖਦੇ ਨੇ। ਸੱਚ ਦੇ ਵਿੱਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ। ਉਹ ਆਪਣੀ ਈਗੋ ਨੂੰ ਤਿਆਗ ਦਿੰਦੇ ਨੇ। ਉਹਨਾਂ ਦੇ ਅੰਦਰ ਹਉਮੈ ਨਹੀਂ ਹੈ, ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਔਰ ਸਿਰਫ ਸੱਚ ਦੇ ਅੰਦਰ ਉਹਨਾਂ ਦੀ ਲਿਵ ਲੱਗੀ ਹੁੰਦੀ ਹੈ। ਮਨ ਕਰਕੇ ਸੱਚੇ ਨੇ, ਬੋਲਾਂ ਕਰਕੇ ਸੱਚੇ ਨੇ ਔਰ ਵਿਹਾਰ ਕਰਕੇ ਸੱਚ ਦੇ ਅੰਦਰ ਉਹ ਆਪਣੀ ਲਗਨ ਲਾਉਂਦੇ ਨੇ। ਇਹ ਉਹਨਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਦਾ ਜੀਵਨ ਸਫਲਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ। ਹੁਣ ਸਾਰੇ ਤਾਂ ਐਸੇ ਨਹੀਂ ਹਨ ਇਸ ਜਗਤ ਵਿੱਚ ਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਣ, ਗਿਆਨ ਗੁਰੂ ਮੁਤਾਬਕ ਜ਼ਿੰਦਗੀ ਜੀਣ, ਚੰਗਾ ਜੀਵਨ ਜੀਣ। ਸਾਰੇ ਐਸੇ ਨਹੀਂ ਜਿਨ੍ਹਾਂ ਨੇ ਆਪਣੀ ਹਉਮੈ ਗਵਾ ਦਿੱਤੀ ਹੋਵੇ ਔਰ ਗੁਰੂ ਦੀ ਮੱਤ ਦੇ ਧਾਰਨੀ ਹੋਵੇ। ਦੂਜੇ ਉਹ ਨੇ ਜੇ ਸਤਿਗੁਰ ਦੇ ਦੱਸੇ ਰਾਹਾਂ ਤੇ ਨਹੀਂ ਚੱਲਦੇ। ਹੁਣ ਉਹਨਾਂ ਦੀ ਗੱਲ ਕਰ ਰਹੇ ਨੇ। ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ। ਬਿਰਥਾ ਦਾ ਮਤਲਬ ਵਿਅਰਥ। ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲਦੇ, ਆਪਣੀ ਈਗੋ ਹੰਕਾਰ ਨੂੰ ਦੂਰ ਕਰਕੇ ਸੱਚ ਦੇ ਵਿੱਚ ਲਿਵ ਨਹੀਂ ਲਗਾਉਂਦੇ, ਤਿਨਾ ਬਿਰਥਾ ਜਨਮ ਗਵਾਏ। ਉਹਨਾਂ ਨੇ ਆਪਣਾ ਸਾਰਾ ਜੀਵਨ ਵਿਅਰਥ ਗਵਾ ਲਿਆ ਹੈ, ਬੇਕਾਰ ਗਵਾ ਲਿਆ। ਬੇਕਾਰ ਕਿਵੇਂ ਗਵਾ ਲਿਆ? ਦੇਖੋ, ਇਸ ਜੀਵਨ ਦੇ ਅੰਦਰ ਪੋਸੀਬਿਲਿਟੀ ਸੀ, ਸੰਭਾਵਨਾ ਸੀ ਕਿ ਉਹ ਗੁਣਾਂ ਦੇ ਧਾਰਨੀ ਹੁੰਦੇ, ਉਹ ਸੁਖ ਸ਼ਾਂਤੀ ਵਾਲੀ ਜ਼ਿੰਦਗੀ ਜੀਂਦੇ, ਖੁਸ਼ੀਆਂ ਮਾਣਦੇ, ਚੜ੍ਹਦੀ ਕਲਾ ਵਿੱਚ ਰਹਿੰਦੇ, ਸਮਾਜ ਦਾ ਉਹ ਭਲਾ ਕਰਦੇ, ਸਮਾਜ ਦਾ ਉਹ ਵਿਕਾਸ ਕਰਦੇ, ਸਮਾਜ ਦੇ ਵਿੱਚੋਂ ਕਮੀਆਂ ਪੇਸ਼ੀਆਂ ਔਗਣ ਦੂਰ ਕਰਦੇ, ਇਸ ਸੰਸਾਰ ਨੂੰ ਪਾਪਾਂ ਤੋਂ ਮੁਕਤ ਕਰਨ ਦਾ ਯਤਨ ਕਰਦੇ। ਐਸੀ ਸੰਭਾਵਨਾ ਹਰ ਬੰਦੇ ਦੇ ਵਿੱਚ ਹੈ। ਤੇ ਜਿਹੜਾ ਬੰਦਾ ਐਸੀ ਸੰਭਾਵਨਾ ਨੂੰ ਆਪਣੇ ਅੰਦਰੋਂ ਪ੍ਰਗਟ ਨਾ ਕਰੇ ਤੇ ਸੰਸਾਰ ਔਰ ਸਮਾਜ ਦਾ, ਸੁਸਾਇਟੀ ਦਾ ਨੁਕਸਾਨ ਕਰੇ, ਆਪਣੀ ਜ਼ਿੰਦਗੀ ਵਿੱਚ ਵੀ ਔਗਣ ਕਮਾਵੇ, ਦੁਖੀ ਰਹੇ, ਇਨਸਾਨੀਅਤ ਨੂੰ ਖਤਮ ਕਰ ਲਵੇ, ਤਾਂ ਜੀਵਨ ਬੇਕਾਰ ਹੀ ਹੋ ਗਿਆ ਨਾ, ਵਿਅਰਥ ਹੋ ਗਿਆ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਰੱਬੀ ਹੁਕਮ ਦੇ ਉਲਟ ਕੁਛ ਨਹੀਂ ਕਿਹਾ ਜਾ ਸਕਦਾ। ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਹੁਣ ਇੱਥੇ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਦਾ ਮਤਲਬ ਇਹ ਨਹੀਂ ਕਿ ਉੱਤੇ ਬੈਠਾ ਰੱਬ ਜਿਹੜਾ ਹੈ ਹੁਕਮ ਕਰਦਾ ਹੈ। ਪ੍ਰਭੂ ਨੂੰ ਭਾਉਣ ਦਾ ਮਤਲਬ ਰੱਬ ਦਾ ਜੋ ਹੁਕਮ ਹੈ, ਜੋ ਸਿਸਟਮ ਹੈ, ਰਜ਼ਾ ਹੈ, ਭਾਣਾ ਹੈ, ਇਸ ਹੁਕਮ ਤੋਂ ਉਲਟ ਕੁਛ ਨਹੀਂ ਕੀਤਾ ਜਾ ਸਕਦਾ। ਹੁਕਮ ਤੋਂ ਉਲਟ, ਸਿਸਟਮ ਤੋਂ ਉਲਟ ਕੁਛ ਕੀਤਾ ਨਹੀਂ ਜਾ ਸਕਦਾ। ਸਾਰਾ ਸੰਸਾਰ ਜਿਹੜਾ ਹੈ ਰੱਬੀ ਰਜ਼ਾ ਦੇ ਅੰਦਰ ਚੱਲ ਰਿਹਾ ਹੈ। ਇਸ ਲਈ ਸਾਨੂੰ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ, ਭਾਣੇ ਵਿੱਚ ਰਹਿਣਾ ਚਾਹੀਦਾ ਹੈ, ਮਰਿਆਦਾ ਅੰਦਰ ਰਹਿਣਾ ਚਾਹੀਦਾ ਹੈ। ਜੋ ਕੁਦਰਤ ਦੀ ਨਿਯਮਾਵਲੀ ਹੈ ਉਹਦੇ ਅੰਦਰ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ ਔਰ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ। ਮਨ ਵੇਕਾਰੀ ਵੇੜਿਆ ਵੇਕਾਰਾਂ ਕਰਮ ਕਮਾਏ। ਇੱਥੇ ਵੇਕਾਰੀ ਜੋ ਸ਼ਬਦ ਹੈ ਨਾ, ਬਿੰਦੀ ਲਗਾ ਕੇ ਪੜਾਂਗੇ ਵੇਕਾਰੀ। ਵੇਕਾਰੀ ਦਾ ਮਤਲਬ ਵਿਕਾਰਾਂ ਵਿੱਚ,
ਵਿਕਾਰਾਂ ਕਰਮ ਕਮਾਏ ਤੇ ਵਿਕਾਰਾਂ ਵਾਲੇ ਹੀ ਕਰਮ ਕਰਦਾ ਹੈ। ਗੁਰੂ ਜੀ ਕਹਿੰਦੇ ਨੇ ਕੁਦਰਤ ਦਾ ਤਰੀਕਾ ਹੈ ਕਿ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਜਿਹੜਾ ਮਨ ਹੈ ਨਾ, ਉਹ ਵਿਕਾਰਾਂ ਵਾਲੇ ਕੰਮ ਹੀ ਕਰੇਗਾ। ਇਹ ਨਿਯਮ ਹੈ। ਜਿਹੜਾ ਮਨ ਵਿਕਾਰਾਂ ਦੇ ਵਿੱਚ ਵੇੜਿਆ ਦਾ ਮਤਲਬ ਘਿਰਿਆ ਹੋਇਆ ਹੈ, ਮਨ ਦੇ ਅੰਦਰ ਕਾਮ, ਕ੍ਰੋਧ, ਲੋਭ ਆਦਿਕ ਨੇ, ਪਾਪ ਅਪਰਾਧ ਨੇ, ਜਿਹੜਾ ਮਨ ਵਿਕਾਰਾਂ ਦੇ ਵਿੱਚ ਘਿਰ ਗਿਆ ਹੈ, ਜਿਸ ਨੇ ਆਪਣੀ ਜ਼ਿੰਦਗੀ ਅੰਦਰ ਵਿਕਾਰਾਂ ਵਾਲੇ ਸੰਸਕਾਰ ਪੈਦਾ ਕਰ ਲਏ ਨੇ, ਜਿਨੇ ਆਪਣਾ ਸੁਭਾਅ ਐਸਾ ਬਣਾ ਲਿਆ, ਉਹ ਵਿਕਾਰਾਂ ਵਾਲੇ ਕੰਮ ਹੀ ਕਰੇਗਾ। ਜਿਵੇਂ ਰੋਜ਼ ਅਸੀਂ ਇਸ ਚੀਜ਼ ਦੀ ਵਿਚਾਰ ਕਰ ਰਹੇ ਹਾਂ ਕਿ ਮੱਝ ਦੇ ਥਣ ਦੇ ਨਾਲ ਲੱਗਾ ਹੋਇਆ ਚਿੱਚੜ ਖੂਨ ਹੀ ਪੀਵੇਗਾ, ਦੁੱਧ ਨਹੀਂ, ਕਿਉਂਕਿ ਸੁਭਾਅ ਹੈ ਨਾ। ਛੱਪੜ ਦੇ ਅੰਦਰ ਰਹਿੰਦਾ ਹੋਇਆ ਮੈਂਡਕ ਗੰਦਗੀ ਹੀ ਖਾਏਗਾ। ਇਹ ਤਾਂ ਕੁਦਰਤ ਹੈ ਕਿ ਕੁਦਰਤ ਨੇ ਉਹਨਾਂ ਨੂੰ ਬਣਾਇਆ ਹੀ ਐਸਾ ਹੈ। ਲੇਕਿਨ ਬੰਦਾ ਤਾਂ ਬੰਦਾ ਬਣ ਸਕਦਾ ਹੈ। ਬੰਦਾ ਬੰਦਾ ਹੁੰਦਾ ਹੋਇਆ ਵੀ ਇਸ ਸੰਸਾਰ ਦੇ ਅੰਦਰ ਸੁਗੰਧ ਹੈ ਜੋ ਸ਼ੁਭ ਗੁਣਾਂ ਦੀ, ਉਹਦਾ ਆਨੰਦ ਨਹੀਂ ਮਾਣਦਾ, ਸ਼ਾਂਤੀ ਦਾ ਆਨੰਦ ਨਹੀਂ ਮਾਣਦਾ, ਸੰਤੋਖ ਦਾ ਆਨੰਦ ਨਹੀਂ ਮਾਣਦਾ। ਮੈਂਡਕ ਵਾਲੀ ਔਰ ਚਿੱਚੜ ਵਾਲੀ ਬਿਰਤੀ ਬਣਾ ਕੇ ਦੂਜਿਆਂ ਦਾ ਖੂਨ ਪੀਂਦਾ ਹੈ, ਵਿਕਾਰਾਂ ਵਾਲੀ ਗੰਦਗੀ ਖਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਨੇ ਆਪਣੇ ਅੰਦਰ ਵਿਕਾਰਾਂ ਦੇ ਸੰਸਕਾਰ ਪੈਦਾ ਕਰ ਲਏ, ਜਿਨੇ ਆਪਣੇ ਅੰਦਰ ਵਿਕਾਰਾਂ ਦੀ ਪੂੰਜੀ ਪੈਦਾ ਕਰ ਲਈ, ਉਹ ਮਨ ਫਿਰ ਜਿਹੜਾ ਹੈ ਵਿਕਾਰਾਂ ਵਾਲੇ ਕਰਮ ਹੀ ਕਮਾਈ ਜਾਂਦਾ ਹੈ। ਇਹ ਨੇਮ ਹੈ। ਦੂਜੈ ਭਾਏ, ਇਹਨੂੰ ਦੂਜੇ ਨਹੀਂ ਪੜਨਾ, ਦੂਜੈ ਭਾਏ ਅਗਿਆਨੀ ਪੂਜ ਦੇ ਦਰਗਾਹ ਮਿਲੇ ਸਜਾਏ। ਦੂਜੇ ਭਾਏ ਦਾ ਮਤਲਬ ਮਾਇਆ ਦੇ ਪਿਆਰ ਵਿੱਚ ਫਸੇ ਰਹਿ ਕੇ। ਤੇ ਮਾਇਆ ਦਾ ਪਿਆਰ ਕਿਹੜਾ ਹੈ, ਇਹ ਅਸੀਂ ਰੋਜ਼ ਐਕਸਪਲੇਨ ਕਰ ਰਹੇ ਹਾਂ। ਅਸੀਂ ਰੋਜ਼ ਸਾਰੇ ਵੀਰ ਭੈਣਾਂ ਇਹ ਚੀਜ਼ ਵਿਚਾਰ ਰਹੇ ਹਾਂ ਕਿ ਮਾਇਆ ਇੱਕ ਮੈਂਟੈਲਿਟੀ ਦਾ ਨਾਮ ਹੈ, ਸੋਚ ਦਾ ਨਾਮ ਹੈ। ਜਿਹੜੀ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ, ਜਿਹੜੀ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਜਿਹੜੀ ਸੋਚ ਸਾਨੂੰ ਅੰਦਰੋਂ ਹੋਰ ਬਾਹਰੋਂ ਹੋਰ ਬਣਾਉਂਦੀ ਹੈ, ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਇਹ ਦੂਜਾ ਭਾਅ ਹੈ। ਸੱਚ ਨੂੰ ਛੱਡ ਕੇ ਦ્વੈਤ ਦਾ ਪਿਆਰ। ਅਗਿਆਨੀ ਜਿਨ੍ਹਾਂ ਨੂੰ ਸਮਝ ਨਹੀਂ, ਸੂਝ ਨਹੀਂ, ਅਗਿਆਨੀ ਲੋਕ ਦ્વੈਤ ਭਾਵ ਦੇ ਅੰਦਰ ਫਸ ਕੇ ਵਿਕਾਰਾਂ ਦੀ ਹੀ ਪੂਜਾ ਕਰਦੇ ਨੇ। ਮੜੀਆਂ ਪੂਜ ਲਈਆਂ, ਦੇਵੀਆਂ ਦੇਵਤੇ ਪੂਜ ਲਏ, ਬਾਬਿਆਂ ਨੂੰ ਪੂਜ ਲਿਆ, ਵਰਤ ਨਰਾਤੇ ਆਦਿ ਕਰ ਲਏ, ਔਰ ਇਸ ਢੰਗ ਦੇ ਨਾਲ ਉਹ ਆਪਣੀ ਜ਼ਿੰਦਗੀ ਜੀਂਦੇ ਰਹਿੰਦੇ। ਮਨੁੱਖ ਜਿਹੜੇ ਨੇ ਉਹ ਐਸੀ ਹੀ ਪੂਜਾ ਕਰਦੇ, ਪਰ ਇਸ ਪੂਜਾ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੈ। ਮੂਰਤੀਆਂ ਪੂਜ ਲਈਆਂ, ਫੋਟੋਆਂ ਅੱਗੇ ਧੂਫਾਂ ਦਿਖਾ ਲਈਆਂ, ਲੇਕਿਨ ਅੰਦਰ ਦ્વੈਤ ਭਾਵ ਹੈ। ਤੇ ਜੇ ਅੰਦਰ ਦ્વੈਤ ਭਾਵ ਹੈ ਤਾਂ ਅਸੀਂ ਪਿੱਛੇ ਵਿਚਾਰ ਚੁੱਕੇ ਨਾ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਕਿ ਜਿਹਦੇ ਅੰਦਰ ਦ્વੈਤ ਭਾਵ ਹੈ, ਉਹਦੇ ਜਪ, ਉਹਦੇ ਤਪ, ਉਹਦੀ ਵਰਤ, ਉਹਦੇ ਸੰਜਮ, ਉਹਦੀ ਪੂਜਾ ਕਿਸੇ ਕੰਮ ਨਹੀਂ ਹੈ। ਦਰਗਾਹ ਮਿਲੇ ਸਜਾਏ, ਉਹਨੂੰ ਦਰਗਾਹ ਦੇ ਅੰਦਰ ਸਜ਼ਾ ਮਿਲਦੀ। ਦਰਗਾਹ ਦਾ ਮਤਲਬ ਦਰਬਾਰ, ਜਿੱਥੇ ਸੱਚ ਦੇ ਨਿਆਂ ਤੇ ਫੈਸਲੇ ਹੁੰਦੇ ਨੇ, ਰੱਬੀ ਰਜ਼ਾ ਦੇ ਅੰਦਰ ਐਸੇ ਇਨਸਾਨਾਂ ਨੂੰ ਸਜ਼ਾ ਮਿਲਦੀ ਹੈ। ਤੇ ਸਜ਼ਾ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਹੈ, ਸਜ਼ਾ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਲੱਤ ਬਾਂਹ ਟੁੱਟ ਜਾਂਦੀ ਹੈ। ਸਜ਼ਾ ਦਾ ਮਤਲਬ ਇਹ ਦੁੱਖ ਭੋਗਦੇ ਨੇ, ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਨੇ, ਯਾਨੀ ਐਸੇ ਇਨਸਾਨ ਦੁਖੀ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਸੁੱਖ ਨਹੀਂ ਹੁੰਦਾ, ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਨਹੀਂ ਹੁੰਦੀਆਂ, ਉਹ ਖੁਸ਼ੀਆਂ ਤੋਂ ਔਰ ਸੁੱਖਾਂ ਤੋਂ ਵਾਂਝੇ ਰਹਿ ਜਾਂਦੇ ਨੇ। ਇਹ ਉਹ ਸਜ਼ਾ ਭੁਗਤਦੇ ਨੇ। ਆਤਮ ਦੇਵ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ। ਆਤਮ ਦੇਵ ਦਾ ਮਤਲਬ ਪ੍ਰਕਾਸ਼ ਸਰੂਪ, ਜਿੰਦ ਨੂੰ ਚਾਨਣਾ ਬਖਸ਼ਣ ਵਾਲਾ, ਯਾਨੀ ਅਕਾਲ ਪੁਰਖ ਪ੍ਰਭੂ। ਤਾਂ ਸਾਨੂੰ ਅਕਾਲ ਪੁਰਖ ਪ੍ਰਭੂ ਦੀ ਪੂਜਾ ਕਰਨੀ ਚਾਹੀਦੀ ਹੈ। ਇੱਥੇ ਪੂਜਾ ਦਾ ਮਤਲਬ ਕੋਈ ਲੰਗਰ ਪ੍ਰਸ਼ਾਦੇ ਦੇ ਭੋਗ ਲਵਾਣੇ ਨਹੀਂ, ਜਾਂ ਰੱਬ ਨੂੰ ਧੂਪ ਬੱਤੀਆਂ ਦਿਖਾਣੀਆਂ ਨਹੀਂ। ਇੱਥੇ ਪੂਜਾ ਦਾ ਮਤਲਬ ਹੈ ਰੱਬ ਦੇ ਗੁਣ ਗਾਣੇ, ਰੱਬੀ ਸਿਫਤ ਸਲਾਹ ਕਰਨੀ, ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਇਸ ਲਈ ਸਾਨੂੰ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ, ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਪਰ ਇਸ ਚੀਜ਼ ਦੀ ਜੋ ਸੂਝ ਹੈ ਨਾ, ਬਿਨ ਸਤਿਗੁਰ ਬੂਝ ਨਾ ਪਾਏ। ਬੂਝ ਦਾ ਮਤਲਬ ਸਮਝ, ਪਰ ਗੁਰੂ ਤੋਂ ਬਿਨਾਂ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੁੰਦੀ।
ਗਿਆਨ ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ। ਇਸ ਲਈ ਜੋ ਗੁਰੂ ਦਰਸਾਏ ਮਾਰਗ ਤੇ ਨਹੀਂ ਚੱਲਦਾ ਉਹ ਹੋਰ ਵਿਕਾਰਾਂ ਦੇ ਵਿੱਚ ਫਸਿਆ ਰਹਿੰਦਾ ਹੈ। ਚਾਰ ਚੁਫੇਰੇ ਵਾਸਤੇ ਪ੍ਰਭੂ ਨੂੰ ਵੇਖਣਾ, ਰੱਬੀ ਗੁਣ ਗਾਣੇ, ਰੱਬੀ ਰਜਾ ਦੇ ਅੰਦਰ ਰਹਿਣਾ, ਤੇ ਇਹਦੀ ਸਮਝ ਜਿਹੜੀ ਹੈ ਸਾਨੂੰ ਗੁਰੂ ਰਾਹੀਂ ਆਉਂਦੀ ਹੈ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇਸ ਚੀਜ਼ ਦੀ ਸਮਝ ਆਉਂਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰਬਾਣੀ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵਾਂ ਨੂੰ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਤਾਂ ਸਾਡਾ ਜੀਵਨ ਜਿਹੜਾ ਹੈ ਕਿਸੇ ਵੀ ਇਨਸਾਨ ਦਾ ਸਫਲਾ ਹੋ ਜਾਂਦਾ ਹੈ। ਗੁਰੂ ਤੋਂ ਬਿਨਾ ਇਹਨਾਂ ਚੀਜ਼ਾਂ ਦੀ ਸਮਝ ਜਿਹੜੀ ਹੈ ਨਹੀਂ ਹੁੰਦੀ। ਜਪ ਤਪ ਸੰਜਮ, ਇੱਥੇ ਥੋੜਾ ਰੁਕ ਜਾਣਾ ਹੈ। ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਹੁਣ ਆਮ ਜੋ ਅਗਿਆਨੀ ਲੋਕ ਨੇ ਉਹ ਜਾਂ ਤਾਂ ਜਪ ਰਹੇ ਨੇ, ਜਾਂ ਤਪ ਰਹੇ ਨੇ, ਤੇ ਜਾਂ ਕਈ ਸਾਰੇ ਜਿਹੜੇ ਸੰਜਮ ਨੇ, ਇੰਦਰੀਆਂ ਨੂੰ ਰੋਕਣ ਲਈ ਵੱਜਵੇਂ ਕੰਮ ਕਰ ਰਹੇ ਨੇ। ਹੁਣ ਇਹ ਜਪ ਤਪ ਸੰਜਮ ਜਿਹੜੇ ਨੇ, ਇਹਨਾਂ ਦੇ ਨਾਲ ਨਾ ਤਾਂ ਸਮਾਜ ਦਾ ਵਿਕਾਸ ਹੋਇਆ ਹੈ, ਨਾ ਕਿਸੇ ਮਨੁੱਖ ਨੂੰ ਆਤਮਿਕ ਜੀਵਨ ਮਿਲਿਆ, ਤੇ ਨਾ ਇਹਨਾਂ ਦੇ ਨਾਲ ਸੁਖ ਸ਼ਾਂਤੀ ਹੀ ਆਉਂਦੀ ਹੈ। ਕਿੰਨੇ ਸਾਰੇ ਲੋਕ ਨੇ ਜੋ ਮੰਤਰ ਰਟਨ ਕਰ ਰਹੇ ਨੇ, ਮੰਤਰਾਂ ਦਾ ਜਪ ਰਹੇ ਨੇ, ਪਰ ਹੁਣ ਮੰਤਰਾਂ ਦਾ ਰਟਨ ਕਰਨ ਦੇ ਨਾਲ ਅੰਦਰ ਇਨਸਾਨੀਅਤ ਪੈਦਾ ਹੋ ਜਾਏ, ਖੁਸ਼ੀ ਪੈਦਾ ਹੋ ਜਾਏ, ਅੰਦਰੋਂ ਵਿਕਾਰ ਮਿਟ ਜਾਣ, ਐਸਾ ਨਹੀਂ ਹੈ। ਤਪ ਤਪਨ ਦੇ ਨਾਲ, ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਭੱਠੀਆਂ ਚਾਰ ਚੁਫੇਰੇ ਰੱਖ ਕੇ ਵਿੱਚ ਬਹਿਣ ਨਾਲ, ਪਾਣੀ ਵਿੱਚ ਬਹਿਣ ਨਾਲ, ਜਲ ਧਾਰਾ ਕਰਨ ਨਾਲ, ਉੱਠੇ ਲਟਕਣ ਨਾਲ, ਜੰਗਲਾਂ ਵਿੱਚ ਵਿਚਰਨ ਦੇ ਨਾਲ, ਨੰਗੇ ਰਹਿਣ ਦੇ ਨਾਲ, ਸਮਾਧੀਆਂ ਲਾਉਣ ਦੇ ਨਾਲ, ਜੇ ਮਨੁੱਖਤਾ ਦਾ ਭਲਾ ਹੁੰਦਾ ਤਾਂ ਫਿਰ ਤਾਂ ਇਹ ਸੰਸਾਰ ਸਵਰਗ ਹੋਣਾ ਸੀ, ਕਿਉਂਕਿ ਕਿੰਨੇ ਲੋਕ ਐਸੇ ਕਰਮ ਕਰ ਰਹੇ ਨੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਪ ਤਪ ਸੰਜਮ ਕੀ ਹੈ? ਭਾਣਾ ਸਤਿਗੁਰੂ ਕਾ। ਭਾਣਾ ਦਾ ਮਤਲਬ ਗੁਰੂ ਦੀ ਆਗਿਆ, ਰੱਬੀ ਰਜਾ ਦੇ ਵਿੱਚ, ਯਾਨੀ ਗੁਰੂ ਦੀ ਆਗਿਆ ਵਿੱਚ ਚੱਲਣਾ ਹੀ ਜਪ ਤਪ ਸੰਜਮ ਹੈ। ਇਸ ਲਈ ਸਾਨੂੰ ਜਪ ਤਪ ਸੰਜਮ ਆਦਿਕ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਜਪ ਤਪ ਸੰਜਮ ਆਦਿਕ ਦਾ ਗੁਰੂ ਜੀ ਨੇ ਥਾਂ ਪਰ ਥਾਂ ਖੰਡਨ ਕੀਤਾ ਹੈ। ਗੁਰੂ ਦੀ ਆਗਿਆ ਵਿੱਚ ਤੁਰਨਾ ਹੀ ਜਪ ਤਪ, ਗੁਰੂ ਦੀ ਆਗਿਆ ਵਿੱਚ ਤੁਰਨਾ ਹੀ ਜਪ ਤਪ ਸੰਜਮ ਹੈ। ਗੁਰੂ ਦੀ ਆਗਿਆ ਵਿੱਚ ਤੁਰਨਾ ਹੀ ਭਗਤੀ ਹੈ, ਬੰਦਗੀ ਹੈ। ਕਿਉਂਕਿ ਗੁਰੂ ਜੀ ਨੇ ਸਾਨੂੰ ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਗਾਈਡੈਂਸ ਦਿੱਤੀ ਹੈ ਕਿ ਦਸਾਂ ਨਵਾਂ ਦੀ ਧਰਮ ਦੀ ਕਿਰਤ ਕਮਾਈ ਕਰਕੇ ਤੁਸੀਂ ਰੋਟੀ, ਕੱਪੜੇ, ਮਕਾਨ ਦੀ ਲੋੜ ਪੂਰੀ ਕਰ ਸਕਦੇ ਹੋ। ਗਿਆਨ ਹਾਸਲ ਕਰਕੇ ਤੁਸੀਂ ਬੌਧਿਕ ਸੁਖ ਮਾਣ ਸਕਦੇ ਹੋ। ਦੁਨੀਆ ਵਿੱਚ ਸੇਵਾ ਕਰਕੇ, ਇੱਕ ਦੂਜੇ ਦਾ ਸਹਿਯੋਗ ਕਰਕੇ ਤੁਸੀਂ ਦੁਨੀਆ 'ਚ ਪਿਆਰ ਸਤਿਕਾਰ ਪਾ ਕੇ ਮਾਨਸਿਕ ਸ਼ਾਂਤੀ ਹਾਸਲ ਕਰ ਸਕਦੇ ਹੋ ਔਰ ਆਪਣੇ ਆਪੇ ਨੂੰ ਸੱਚ ਦੇ ਅੰਦਰ ਲੀਨ ਕਰਕੇ ਤੁਸੀਂ ਆਤਮਿਕ ਸੁਖ ਮਾਣ ਸਕਦੇ ਹੋ। ਇਸ ਲਈ ਗੁਰੂ ਦੀ ਆਗਿਆ ਵਿੱਚ ਤੁਰਨਾ ਹੀ ਜਪ ਤਪ ਸੰਜਮ ਹੈ। ਹੋਰ ਜਪ ਤਪ ਸੰਜਮ ਦੀ ਕੋਈ ਵੈਲਿਊ ਨਹੀਂ ਹੈ। ਪਰ ਜੋ ਗੁਰੂ ਦੀ ਆਗਿਆ ਹੈ, ਗੁਰੂ ਦੀ ਆਗਿਆ ਮੁਤਾਬਕ ਜੋ ਜ਼ਿੰਦਗੀ ਜੀਣੀ ਹੈ, ਕਰਮੀ ਪੱਲੇ ਪਾਏ। ਕਰਮੀ ਦਾ ਮਤਲਬ ਉਦਮ ਦੇ ਨਾਲ ਸਾਡੇ ਪੱਲੇ ਇਹ ਚੀਜ਼ ਪੈਂਦੀ, ਉਦਮ ਕੀਤਿਆਂ। ਜੇ ਹੁਣ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦਾ ਉਦਮ ਹੀ ਨਾ ਕਰੀਏ ਤਾਂ ਫਿਰ ਤਾਂ ਨਹੀਂ ਨਾ ਕੁਝ ਵੀ ਹੋਣ ਲੱਗਾ। ਤਾਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਜੋ ਸਾਡੀ ਜ਼ਿੰਦਗੀ ਦੀ ਮੁਕੰਮਲ ਸ਼ਖਸੀਅਤ ਹੈ, ਸਾਡੇ ਜੀਵਨ ਦਾ ਹਰ ਪੱਖ ਗੁਰੂ ਗਿਆਨ ਮੁਤਾਬਕ ਹੋਵੇ, ਸਾਨੂੰ ਉਦਮ ਤੇ ਕਰਨਾ ਪਵੇਗਾ। ਤਾਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਦਾ ਉਦਮ ਕਰੇਗਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰੇਗਾ, ਉਹਦਾ ਜੀਵਨ ਸਫਲਾ ਹੋ ਜਾਏਗਾ। ਤੇ ਇਹੀ ਉਹਦੇ ਵਾਸਤੇ ਜਪ ਤਪ ਸੰਜਮ ਹੈ। ਉਹਨੂੰ ਜਪ ਤਪ ਸੰਜਮ ਕਰਨ ਦੀ ਜ਼ਰੂਰਤ ਨਹੀਂ ਹੈ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ। ਸੇਵਾ ਦਾ ਮਤਲਬ ਉੱਚੀ ਬਿਰਤੀ ਦੇ ਨਾਲ, ਸੇਵਾ ਸੁਰਤ ਕਮਾਵਣੀ ਦਾ ਮਤਲਬ ਹੈ ਉੱਚੀ ਬਿਰਤੀ ਨਾਲ ਕਮਾਣੀ ਚਾਹੀਦੀ ਹੈ, ਸੁਰਤ ਦੇ ਨਾਲ, ਸੋਚ ਦੇ ਅੰਦਰ ਸੇਵਾ ਭਾਵ ਹੋਵੇ। ਕਈ ਵਾਰ ਬੰਦਾ ਦੇਖਾ ਦੇਖੀ ਕਰ ਲੈਂਦਾ, ਕਾਮ ਚਲਾਊ। ਗੁਰੂ ਜੀ ਦਾ ਪਾਵਨ ਬਚਨ ਨਾ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਤਾਂ ਗੁਰੂ ਜੀ ਕਹਿੰਦੇ ਨੇ ਪੂਰੀ ਸੂਝ ਸਮਝ ਦੇ ਨਾਲ ਸੇਵਾ ਜਿਹੜੀ ਹੈ ਕਮਾਣੀ ਚਾਹੀਦੀ ਹੈ, ਸੁਰਤ ਟਿਕਾ ਕੇ, ਯਾਨੀ ਸੂਝ ਦੇ ਨਾਲ, ਸਮਝ ਦੇ ਨਾਲ।
ਅੰਦਰ ਸੋਚ ਦੇ ਅੰਦਰ ਵੀ ਸੇਵਾ ਭਾਵ ਹੋਵੇ। ਇਹ ਨਹੀਂ ਕਿ ਕਈ ਵਾਰ ਅਸੀਂ ਕਿਸੇ ਦੀ ਸਹਿਯੋਗ ਕਰਦੇ ਹਾਂ ਆਪਸ ਦੇ ਵਿੱਚ, ਪਰ ਸਹਿਯੋਗ ਕਰਨ ਦੇ ਪਿੱਛੇ ਸਾਡਾ ਕੋਈ ਲਾਲਚ ਹੁੰਦਾ ਹੈ। ਸਹਿਯੋਗ ਕਰਨ ਦੇ ਪਿੱਛੇ ਅਸੀਂ ਕਿਸੇ ਨੂੰ ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦੇ ਹਾਂ, ਜਾਂ ਸਹਿਯੋਗ ਕਰਨ ਦੇ ਪਿੱਛੇ ਸਾਡੀ ਭਾਵਨਾ ਜਿਹੜੀ ਹੈ ਉਹ ਚੰਗੀ ਨਹੀਂ ਹੁੰਦੀ, ਭਾਵਨਾ ਮਾੜੀ ਹੁੰਦੀ ਹੈ। ਤੇ ਮਾੜੀ ਭਾਵਨਾ ਦੇ ਨਾਲ ਜੇ ਅਸੀਂ ਕਿਸੇ ਦਾ ਸਹਿਯੋਗ ਕਰਦੇ ਹਾਂ ਨਾ, ਤਾਂ ਉਹ ਸਹਿਯੋਗ ਜਿਹੜਾ ਹੈ ਉਹ ਠੱਗੀ ਹੀ ਹੋਏਗੀ ਨਾ, ਡਰਾਮਾ ਹੀ ਹੋਏਗਾ। ਇਸ ਲਈ ਸੋਚ ਦੇ ਅੰਦਰ ਸੇਵਾ ਭਾਵ ਹੋਵੇ, ਸੋਚ ਦੇ ਅੰਦਰ ਵੀ ਸੱਚ ਹੋਵੇ। ਇਹਨੂੰ ਕਹਿੰਦੇ ਨੇ ਸੇਵਾ ਸੁਰਤ ਕਮਾਵਣੀ, ਸੁਰਤ ਦੇ ਨਾਲ, ਸੂਝ ਦੇ ਨਾਲ, ਉੱਚੀ ਸਮਝ ਦੇ ਨਾਲ। ਜੋ ਹਰ ਭਾਵੈ ਸੋ ਥਾਂ ਪਾਏ, ਜੋ ਪ੍ਰਭੂ ਨੂੰ ਪਾਉਂਦਾ ਹੈ ਉਹ ਚੀਜ਼ ਥਾਂ ਪੈ ਜਾਂਦੀ, ਜੋ ਪ੍ਰਭੂ ਨੂੰ ਨਹੀਂ ਪਾਉਂਦਾ ਉਹ ਥਾਂ ਨਹੀਂ ਪੈਂਦੀ। ਹੁਣ ਇਹ ਚੀਜ਼ ਜਿਹੜੀ ਹੈ ਨਾ ਸਮਝਣ ਵਾਲੀ ਹੈ। ਪ੍ਰਭੂ ਨੂੰ ਪਾਉਣ ਦਾ ਮਤਲਬ ਰਜ਼ਾ, ਭਾਣਾ, ਹੁਕਮ। ਜਿਹੜੀ ਚੀਜ਼ ਹੁਕਮ ਵਿੱਚ ਕਰੋਗੇ, ਸਿਸਟਮ ਵਿੱਚ ਕਰੋਗੇ, ਉਹ ਚੀਜ਼ ਸਿਰੇ ਚੜੇਗੀ, ਉਹਦਾ ਸਾਨੂੰ ਫਲ ਠੀਕ ਮਿਲੇਗਾ। ਤੇ ਜਿਹੜੀ ਅਸੀਂ ਸਿਸਟਮ ਮੁਤਾਬਕ ਨਹੀਂ ਕਰਾਂਗੇ, ਉਹ ਚੀਜ਼ ਸਿਰੇ ਨਹੀਂ ਚੜੇਗੀ, ਉਹ ਥਾਂ ਨਹੀਂ ਪਵੇਗੀ। ਜਿਵੇਂ ਇੱਕ ਪਾਣੀ ਦੇ ਭਰੇ ਛੱਪੜ ਦੇ ਅੰਦਰ ਕੋਈ ਜਾ ਕੇ ਕਣਕ ਦਾ ਛੱਟਾ ਦੇ ਆਵੇ ਤੇ ਕਹਿ ਕਿ ਇੱਥੇ ਕਣਕ ਉੱਗੇਗੀ ਤੇ ਕਣਕ ਵੱਢ ਕੇ ਮੈਂ ਫਿਰ ਆਟਾ ਪਸਾਵਾਂਗਾ, ਤਾਂ ਉਹ ਕਦੇ ਹੋਣਾ ਨਹੀਂ, ਉਹਨੇ ਥਾਂ ਪੈਣਾ ਨਹੀਂ ਨਾ ਉਸ ਕੰਮ ਨੇ, ਕਿਉਂਕਿ ਉਹ ਰਜਾ ਵਿੱਚ ਨਹੀਂ ਹੈ, ਉਹ ਭਾਣੇ ਵਿੱਚ ਨਹੀਂ ਹੈ, ਉਹ ਸਿਸਟਮ ਵਿੱਚ ਨਹੀਂ ਹੈ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਰਜਾ ਦੇ ਅੰਦਰ ਅਸੀਂ ਕਰਮ ਕਰਦੇ ਹਾਂ, ਉਹੀ ਥਾਂ ਪੈਂਦੇ ਨੇ, ਉਹੀ ਲੇਖੇ ਲੱਗਦੇ ਨੇ, ਉਹਨਾਂ ਦਾ ਹੀ ਸਾਨੂੰ ਸ਼ੁਭ ਫਲ ਮਿਲਦਾ ਹੈ, ਰਜਾ ਤੋਂ ਉਲਟ ਨਹੀਂ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਜਪੋ ਦਾ ਮਤਲਬ ਜਾਣੋ, ਨਾਮ ਦਾ ਮਤਲਬ ਜੋ ਰੱਬੀ ਹੁਕਮ ਹੈ, ਕਿ हे ਮੇਰੇ ਮਨ ਰੱਬੀ ਹੁਕਮ ਨੂੰ ਸਮਝ, ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀ। ਕਿਉਂ? ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਰੱਬੀ ਹੁਕਮ ਦੇ ਅੰਦਰ ਤੁਰਿਆ, ਰੱਬੀ ਦਿਨ ਰਾਤ ਸੁਖ ਹੁੰਦਾ ਹੈ। ਹੁਣ ਸੁਖ ਜਿਹੜਾ ਹੈ ਉਹ ਸਿਸਟਮ ਦੇ ਵਿੱਚ ਹੈ, ਸੁਖ ਜਿਹੜਾ ਹੈ ਰਜਾ ਦੇ ਵਿੱਚ ਹੈ, ਸੁਖ ਗੁਣਾ ਦੇ ਵਿੱਚ ਹੈ। ਜੇ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ, ਗੁਣਾ ਦੇ ਧਾਰਨੀ ਆ, ਸਤ ਸੰਤੋਖ ਆਦਿਕ ਦੇ, ਔਰ ਰਜਾ ਭਾਣੇ ਦੇ ਅੰਦਰ ਤੁਰਦੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਹੈ। ਤੇ ਜੇ ਅਸੀਂ ਸਿਸਟਮ ਮੁਤਾਬਕ ਨਹੀਂ ਚੱਲਦੇ ਤਾਂ ਫਿਰ ਸਾਡੀ ਜ਼ਿੰਦਗੀ ਵਿੱਚ ਦੁੱਖ ਆਏਗਾ। ਹੁਣ ਮੰਨ ਲਓ ਟੈਂਪਰੇਚਰ ਮਾਈਨਸ ਹੈ, ਤੇ ਮਾਈਨਸ ਟੈਂਪਰੇਚਰ ਦੇ ਅੰਦਰ ਅਸੀਂ ਆਪਣੇ ਘਰ ਦੇ ਅੰਦਰ ਏਸੀ ਲਗਾ ਲਈਏ, ਤੇ ਏਸੀ ਲਗਾ ਕੇ ਅਸੀਂ ਗਰਮੀ ਮੰਨਣਾ ਚਾਹੀਏ ਤਾਂ ਨਹੀਂ ਨਾ ਮੰਨ ਸਕਾਂਗੇ। ਮਾਈਨਸ ਟੈਂਪਰੇਚਰ ਦੇ ਅੰਦਰ ਜੇ ਅਸਾਂ ਠੀਕ ਠਾਕ ਰਹਿਣਾ ਤਾਂ ਸਾਨੂੰ ਆਪਣੇ ਘਰ ਵਿੱਚ ਹੀਟ ਲਗਾਉਣੀ ਪਵੇਗੀ। ਕਿ ਜੇ ਗਰਮੀ ਦੇ ਮੌਸਮ ਦੇ ਵਿੱਚ ਬਾਹਰ 35-40 ਟੈਂਪਰੇਚਰ ਹੋਵੇ ਤੇ ਅੰਦਰ ਅਸੀਂ ਹੀਟ ਲਗਾਈ ਹੋਵੇ, ਤੇ ਫਿਰ ਕਹੀਏ ਕਿ ਸਾਡੇ ਘਰ ਵਿੱਚ ਗਰਮੀ ਨਾ ਹੋਵੇ, ਤਾਂ ਐਵੇਂ ਤਾਂ ਕਦੇ ਹੋਣਾ ਹੀ ਨਹੀਂ ਨਾ ਹੈ। ਸਿਸਟਮ ਤੋਂ ਬਾਹਰ ਤਾਂ ਅਸੀਂ ਸੁਖ ਮਾਣ ਹੀ ਨਹੀਂ ਸਕਦੇ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ, ਇੰਪੋਸੀਬਲ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ हे ਮੇਰੇ ਮਨ, ਰੱਬੀ ਰਜਾ ਦੇ ਅੰਦਰ ਜ਼ਿੰਦਗੀ ਗੁਜ਼ਾਰ, ਰੱਬੀ ਰਜਾ ਨੂੰ ਸਮਝ, ਪ੍ਰਭੂ ਦੀ ਸਿਫਤ ਸਲਾਹ ਕਰ, ਜਿਸ ਕਰਕੇ ਦਿਨ ਰਾਤ ਤੇਰੀ ਜ਼ਿੰਦਗੀ ਅੰਦਰ ਸੁਖ ਰਹੇਗਾ। ਤਾਂ ਜੇ ਅਸੀਂ ਸੁਖ ਚਾਹੁੰਦੇ ਹਾਂ ਦੁਨਿਆਵੀ ਲੋਕ, ਤਾਂ ਸਾਨੂੰ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਔਰ ਸਾਨੂੰ ਜੋ ਕੁਦਰਤੀ ਨਿਯਮਾਵਲੀ ਹੈ ਉਹਨੂੰ ਫੋਲੋ ਕਰਨਾ ਚਾਹੀਦਾ ਹੈ, ਉਹਦੇ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲਵਿਕ ਪਾਪ ਲਹਾਤੀ। ਹਰ ਹਰ ਨਾਮ ਜਪੋ ਦਾ ਮਤਲਬ ਰੱਬੀ ਹੁਕਮ ਨੂੰ ਸਮਝੋ, ਰੱਬੀ ਗੁਣ ਗਾਓ, ਗੁਣਾਂ ਦੇ ਧਾਰਨੀ ਹੋਵੇ। ਕਿ हे ਮੇਰੇ ਮਨ, ਹਰੀ ਦੇ ਗੁਣ ਗਾ, ਪ੍ਰਭੂ ਦੀ ਸਿਫਤ ਸਲਾਹ ਕਰ, ਰੱਬੀ ਰਜਾ ਦੇ ਵਿੱਚ ਤੁਰ। ਇਸ ਤਰ੍ਹਾਂ ਕੀ ਹੋਏਗਾ? ਜਿਤ ਸਿਮਰਤ ਸਭ ਕਿਲਵਿਕ ਪਾਪ ਲਹਾਤੀ। ਜਿਹਦੇ ਸਿਮਰਦਿਆਂ, ਜਿਹਨੂੰ ਯਾਦ ਕੀਤਿਆਂ ਸਾਰੇ ਪਾਪ ਦੂਰ ਹੋ ਜਾਂਦੇ ਨੇ, ਪਾਪ ਖਤਮ ਹੋ ਜਾਂਦੇ। ਹੁਣ ਦੇਖੋ, ਯਾਦ ਕੀਤਿਆਂ ਹੀ ਪਾਪ ਖਤਮ ਹੋ ਜਾਣੇ। ਯਾਦ ਕਰਨ ਦਾ ਮਤਲਬ ਯਾਦ ਦੇ ਅੰਦਰ ਵਸਾਣਾ। ਝੂਠ ਬੋਲਣਾ ਪਾਪ ਹੈ, ਤੇ ਜੇ ਅਸੀਂ ਸੱਚ ਨੂੰ ਆਪਣੀ ਯਾਦ ਵਿੱਚ ਵਸਾ ਲਈਏ ਤਾਂ ਝੂਠ ਆਪੇ ਖਤਮ ਹੋ ਜਾਏਗਾ। ਕਿਸੇ ਦੇ ਨਾਲ ਜੈਲਸੀ ਕਰਨਾ ਬਹੁਤ ਵੱਡਾ ਪਾਪ ਹੈ, ਤੇ ਜੇ ਅਸੀਂ ਆਪਣੇ ਹਿਰਦੇ ਵਿੱਚ ਪ੍ਰੇਮ ਵਸਾ ਲਈਏ ਤਾਂ ਜੈਲਸੀ, ਈਰਖਾ ਆਪੇ ਖਤਮ ਹੋ ਜਾਏਗੀ।
ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਣਾ ਇਹ ਮਾੜਾ ਕੰਮ ਹੈ। ਤੇ ਜੇ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਨਿਮਰਤਾ ਨੂੰ ਵਸਾ ਲਈਏ ਤਾਂ ਸਾਡੇ ਅੰਦਰੋਂ ਇਹ ਹੰਕਾਰ ਦਾ ਪਾਪ ਆਪੇ ਖਤਮ ਹੋ ਜਾਏਗਾ। ਤੇ ਜਿਹੜੇ ਇਹਨਾਂ ਪਾਪਾਂ ਵਿਕਾਰਾਂ ਤੋਂ ਪੈਦਾ ਹੋਏ ਦੁੱਖ ਨੇ ਉਹ ਵੀ ਸਾਡੀ ਜ਼ਿੰਦਗੀ ਚੋਂ ਮਿਟ ਜਾਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮਨ ਰੱਬੀ ਗੁਣ ਗਾ, ਰੱਬੀ ਗੁਣਾਂ ਦਾ ਧਾਰਨੀ ਹੋ, ਪ੍ਰਭੂ ਦੀ ਸਿਫਤ ਸਲਾਹ ਕਰ, ਰੱਬੀ ਰਜਾ ਦੇ ਵਿੱਚ ਤੁਰ, ਜਿਹਨੂੰ ਯਾਦ ਕੀਤਿਆਂ ਸਾਰੇ ਪਾਪ ਆਦਿਕ ਲੈ ਜਾਂਦੇ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਤ ਦੁੱਖ ਭੁੱਖ ਸਭ ਲਹਿ ਜਾਤੀ। ਦਾਲਤ ਦਾ ਮਤਲਬ ਹੈ ਦਰਿਦਰਤਾ, ਗਰੀਬੀ। ਕਿ ਹੇ ਮੇਰੇ ਮਨ ਰੱਬੀ ਗੁਣਾਂ ਦਾ ਧਾਰਨੀ ਹੋ, ਰੱਬ ਦੀ ਰਜ਼ਾ ਦੇ ਵਿੱਚ ਤੁਰ, ਕਿਉਂਕਿ ਉਸ ਪ੍ਰਭੂ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਵਿਆਂ ਗਰੀਬੀ ਖਤਮ ਹੋ ਜਾਂਦੀ ਔਰ ਗਰੀਬੀ ਦੇ ਦੁੱਖ ਭੁੱਖ ਜਿਹੜੇ ਨੇ, ਦੁੱਖ ਔਰ ਭੁੱਖ ਹੈ, ਉਹ ਸਭ ਲੈ ਜਾਂਦੀ ਹੈ। ਹੁਣ ਗਰੀਬੀ ਕੀ ਹੈ? ਦੇਖੋ, ਜੇ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰੀਏ ਤਾਂ ਜੋ ਧਨ ਆਦਿਕ ਹੈ ਉਹ ਬੰਦਾ ਰੱਬੀ ਰਜ਼ਾ ਦੇ ਵਿੱਚ ਕਿਰਤ ਕਰਕੇ ਆਪਣਾ ਰੋਟੀ ਕੱਪੜੇ ਮਕਾਨ ਦੀ ਲੋੜ ਪੂਰੀ ਕਰ ਸਕਦਾ ਹੈ। ਪਰ ਇੱਥੇ ਇਸ ਗਰੀਬੀ ਦੀ ਗੱਲ ਨਹੀਂ ਹੈ। ਅਸਲੀ ਜਿਹੜੀ ਗਰੀਬੀ ਹੈ ਉਹ ਹੈ ਗੁਣਾਂ ਦੀ, ਜਿਸ ਦੇ ਅੰਦਰ ਗੁਣ ਨਹੀਂ ਹਨ। ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਜਿਹਦੇ ਹਿਰਦੇ ਅੰਦਰ ਰੱਬੀ ਗੁਣ ਨਹੀਂ, ਅਸਲੀ ਗਰੀਬ ਉਹ ਹੈ। ਦੇਖੋ ਹੁਣ ਕਿੰਨਾ ਕਿੰਨਾ ਧਨ ਹੈ ਕੁਛ ਲੋਕਾਂ ਦੇ ਕੋਲ, ਲੇਕਿਨ ਉਹ ਲੋਕ ਫਿਰ ਵੀ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਕਰੀ ਜਾ ਰਹੇ ਨੇ, ਲੋਕਾਂ ਦਾ ਖੂਨ ਪੀ ਵੀ ਜਾ ਰਹੇ ਨੇ। ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਇਹ ਚੀਜ਼ ਸਮਝ ਲੈਣਾ, ਬਹੁ ਗਿਣਤੀ ਦੀ ਗੱਲ ਹੈ ਔਰ ਉਹਨਾਂ ਲੋਕਾਂ ਦੀ ਗੱਲ ਹੈ ਜੋ ਇਹ ਕੰਮ ਕਰ ਰਹੇ ਨੇ। ਕੁਝ ਲੋਕਾਂ ਦੇ ਕੋਲ ਕਿੰਨਾ ਧਨ ਹੈ ਔਰ ਉਹ ਧਨ ਦੇ ਹੁੰਦਿਆਂ ਵੀ, ਇੰਨੀ ਲੰਬੀ ਚੌੜੀ ਪ੍ਰੋਪਰਟੀ ਦੇ ਹੁੰਦਿਆਂ ਵੀ ਫਿਰ ਵੀ ਠੱਗੀਆਂ ਮਾਰ ਰਹੇ, ਫਿਰ ਵੀ ਰਿਸ਼ਵਤ ਲੈ ਰਹੇ ਨੇ, ਫਿਰ ਵੀ 2 ਨੰਬਰ ਦੇ ਧੰਦੇ ਕਰ ਰਹੇ ਨੇ। ਤਾਂ ਉਹਨਾਂ ਤੋਂ ਗਰੀਬ ਕੌਣ ਹੋਏਗਾ? ਗਰੀਬ ਹੀ ਹੋਏ ਨਾ, ਤ੍ਰਿਸ਼ਨਾ। ਤੇ ਇਹ ਜਿਹੜੀ ਗਰੀਬੀ ਹੈ ਨਾ, ਇਹਦੇ ਕਰਕੇ ਜ਼ਿੰਦਗੀ ਦੇ ਅੰਦਰ ਦੁੱਖ ਨੇ ਔਰ ਤ੍ਰਿਸ਼ਨਾ ਕਰਕੇ ਜ਼ਿੰਦਗੀ ਦੇ ਅੰਦਰ ਭੁੱਖ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮੇਰੇ ਮਨ ਰੱਬੀ ਗੁਣਾਂ ਦਾ ਧਾਰਨੀ ਹੋ, ਰੱਬੀ ਰਜ਼ਾ ਦੇ ਅੰਦਰ ਤੁਰ, ਤੇਰੀ ਜ਼ਿੰਦਗੀ ਚੋਂ ਮਾਨਸਿਕ ਆਤਮਿਕ ਗਰੀਬੀ ਖਤਮ ਹੋ ਜਾਏਗੀ। ਤੇਰੇ ਮਾਨਸਿਕ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਣਗੇ। ਤੇਰੀ ਜ਼ਿੰਦਗੀ ਜੋ ਤ੍ਰਿਸ਼ਨਾ ਦੀ ਭੁੱਖ ਹੈ ਉਹ ਮਿਟ ਜਾਏਗੀ, ਤੈਨੂੰ ਸੰਤੋਖ ਮਿਲ ਜਾਏਗਾ। ਤੇਰੀ ਜ਼ਿੰਦਗੀ ਵਿੱਚੋਂ ਦੁੱਖ ਮਿਟ ਜਾਣਗੇ, ਸੁੱਖ ਆ ਜਾਣਗੇ। ਤੇਰੀ ਜ਼ਿੰਦਗੀ ਚੋਂ ਇਹ ਗਰੀਬੀ ਖਤਮ ਹੋ ਜਾਏਗੀ। ਤੂੰ ਮਾਨਸਿਕ ਤੌਰ ਤੇ ਗੁਣਾਂ ਦੇ ਨਾਲ ਅਮੀਰ ਹੋ ਜਾਏਗਾ ਜੇ ਤੂੰ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਦਾ ਹੈ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਮੁਖ ਪ੍ਰੀਤ ਦਾ ਮਤਲਬ ਜਿਹੜੀ ਗੁਰਮੁਖਾਂ ਵਾਲੀ ਮੁਖੀ ਪ੍ਰੀਤ ਹੈ, ਸ਼੍ਰੋਮਣੀ। ਲਗਾਤੀ ਦਾ ਮਤਲਬ ਲੱਗ ਜਾਂਦੀ। ਤਾਂ ਹੇ ਮੇਰੇ ਮਨ ਪ੍ਰਭੂ ਦੇ ਗੁਣ ਗਾ, ਰੱਬੀ ਰਜ਼ਾ ਦੇ ਅੰਦਰ ਤੁਰ। ਲੇਕਿਨ ਇਹ ਜਿਹੜੀ ਪ੍ਰੀਤ ਹੈ ਨਾ ਰੱਬੀ ਗੁਣਾਂ ਦੀ, ਰੱਬੀ ਰਜ਼ਾ ਦੀ, ਗੁਰੂ ਦੇ ਰਾਹੀਂ ਲੱਗਦੀ। ਇਹ ਜਿਹੜੀ ਸ਼੍ਰੋਮਣੀ ਪ੍ਰੀਤ ਹੈ, ਸਭ ਤੋਂ ਚੰਗੀ ਪ੍ਰੀਤ ਕਿਹੜੀ ਹੈ? ਰੱਬੀ ਰਜ਼ਾ ਦੇ ਨਾਲ ਪਿਆਰ ਕਰਨਾ। ਸਭ ਤੋਂ ਚੰਗਾ ਪਿਆਰ ਕਿਹੜਾ ਹੈ? ਗੁਣਾਂ ਦੇ ਨਾਲ ਪਿਆਰ ਕਰਨਾ, ਮਨੁੱਖਤਾ ਦੇ ਨਾਲ ਪਿਆਰ ਕਰਨਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜਿਹੜੀ ਪ੍ਰੀਤ ਹੈ ਇਹ ਗੁਰੂ ਰਾਹੀਂ ਪੈਦਾ ਹੋਈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਗੁਣਾਂ ਦੀ ਲਗਨ ਪੈਦਾ ਹੋਵੇ, ਰੱਬੀ ਰਜ਼ਾ ਦੀ ਲਗਨ ਪੈਦਾ ਹੋਵੇ, ਸਾਡੀ ਜ਼ਿੰਦਗੀ 'ਚ ਮਾਨਸਿਕ ਦਰਿਦਰਤਾ ਖਤਮ ਹੋਵੇ, ਤਾਂ ਉਹਦੇ ਵਾਸਤੇ ਇੱਕ ਹੀ ਰਾਹ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਗਿਆਨ ਗੁਰੂ ਦੀ ਅਗਵਾਈ ਦੇ ਅੰਦਰ ਅਸੀਂ ਜੀਵਨ ਬਿਤਾਈਏ। ਜਿਤ ਮੁਖ ਭਾਗ ਲਿਖਿਆ ਤੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ। ਧੁਰ ਦਾ ਮਤਲਬ ਧੁਰ ਤੋਂ, ਸਾਚੈ ਦਾ ਮਤਲਬ ਸੱਚੇ ਨੇ। ਜਿਤ ਮੁਖ ਦਾ ਮਤਲਬ ਜਿਸ ਮੁਖ ਤੇ, ਜਿਸ ਮਸਤਕ ਤੇ, ਤਸ ਧੁਰ ਤੋਂ ਹੀ ਜਿਸ ਮੂੰਹ ਤੇ ਭਾਗ ਲਿਖਿਆ ਹੈ। ਮੂੰਹ ਦਾ ਮਤਲਬ ਮੱਥਾ, ਯਾਨੀ ਸਾਡੀ ਜਿਹੜੀ ਸੋਚ ਹੈ, ਧੁਰ ਤੋਂ ਹੀ ਜਿਹਦੇ ਅੰਦਰ ਇਸ ਸੋਚ ਜਿਹੜੀ ਇਸ ਚੰਗੀ ਬਣੀ ਹੋਈ ਹੈ। ਇਹ ਲੇਖਾਂ ਬਾਰੇ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਅਸੀਂ ਹਰ ਰੋਜ਼ ਲੇਖ ਲਿਖ ਰਹੇ ਹਾਂ।
ਜੋ ਅਸੀਂ ਬੋਲਦੇ ਹਾਂ, ਕਲਪਨਾ ਕਰਦੇ ਹਾਂ, ਸੋਚਦੇ ਹਾਂ, ਕੰਮ ਕਰਦੇ ਹਾਂ, ਸਾਡੇ ਅੰਦਰ ਇਹ ਸੰਸਕਾਰ ਪੈਦਾ ਹੁੰਦੇ ਨੇ ਔਰ ਸਾਡਾ ਸੁਭਾਅ ਬਣ ਜਾਂਦਾ ਹੈ, ਸਾਡੀਆਂ ਆਦਤਾਂ ਬਣ ਜਾਂਦੀਆਂ ਨੇ, ਨਿਊਰੋਨਲ ਪੈਟਰਨ ਬਣ ਜਾਂਦਾ ਹੈ ਸਾਡੇ ਅੰਦਰ। ਤੇ ਜੈਸਾ ਕਿਸੇ ਦੇ ਅੰਦਰ ਨਿਊਰੋਨਲ ਪੈਟਰਨ ਬਣ ਜਾਏ, ਚਾਹੇ ਉਹ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ, ਫਿਰ ਬੰਦੇ ਦਾ ਦਿਮਾਗ ਉਸੇ ਪਾਸੇ ਹੀ ਕੰਮ ਕਰੀ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਧੁਰ ਦਾ ਲਿਖਿਆ ਲੇਖ, ਸ਼ੁਰੂ ਤੋਂ ਲਿਖਿਆ ਲੇਖ, ਜੋ ਅਸੀਂ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਸੁਣਦੇ ਆ ਰਹੇ ਹਾਂ, ਕਮਾਉਂਦੇ ਆ ਰਹੇ ਹਾਂ, ਵੇਖਦੇ ਆ ਰਹੇ ਹਾਂ, ਜਿਹੋ ਜਿਹੇ ਸਮਾਜ ਵਿੱਚ ਅਸੀਂ ਪਲੇ ਹਾਂ, ਜੈਸੇ ਸਕੂਲ ਵਿੱਚ ਅਸੀਂ ਪੜ੍ਹੇ ਹਾਂ, ਜੈਸੇ ਸਾਥੀਆਂ ਵਿੱਚ ਸਾਡੀ ਇੱਕ ਸੋਚ ਬਣ ਗਈ ਨਾ, ਚੰਗੀ ਜਾਂ ਮਾੜੀ ਜੈਸੀ ਵੀ ਬਣ ਗਈ, ਉਸ ਸੋਚ ਮੁਤਾਬਕ ਬੰਦਾ ਜ਼ਿੰਦਗੀ ਜੀਵੀ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਤੇ ਮਸਤਕ ਤੇ ਇਹ ਲੇਖ ਲਿਖੇ ਨੇ ਸ਼ੁਰੂ ਤੋਂ, ਹਰ ਤਿਤ ਮੁਖ ਨਾਮ ਜਪਾਤੀ। ਜਪਾਤੀ ਦਾ ਮਤਲਬ ਜਪਾਉਂਦਾ ਹੈ। ਉਸ ਮੁਖ ਦੇ ਵਿੱਚੋਂ ਫਿਰ ਪ੍ਰਭੂ ਜਿਹੜਾ ਹੈ ਸ਼ੁਭ ਗੁਣ ਬੁਲਾਉਂਦਾ ਹੈ, ਯਾਨੀ ਉਹ ਮਨੁੱਖ ਸ਼ੁਭ ਗੁਣਾਂ ਵਾਲੇ ਬੋਲ ਬੋਲਦਾ ਹੈ, ਉਹ ਰੱਬ ਦੀ ਸਿਫਤ ਸਲਾਹ ਕਰਦਾ ਹੈ, ਉਹ ਬੰਦਾ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਧੁਰ ਤੋਂ ਹੀ, ਸ਼ੁਰੂ ਤੋਂ ਹੀ ਜਿਸਨੇ ਆਪਣੇ ਅੰਦਰ ਇਹ ਸ਼ੁਭ ਲੇਖ ਲਿਖੇ ਨੇ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੇ ਜੀਵਨ ਦੇ ਸ਼ੁਰੂ ਤੋਂ ਲੈ ਕੇ ਚੰਗੇ ਸੰਸਕਾਰ ਪੈਦਾ ਕੀਤੇ ਨੇ, ਉਹ ਸ਼ੁਭ ਗੁਣਾਂ ਦੇ ਨਾਲ ਜੁੜੇ ਰਹਿੰਦੇ ਨੇ। ਤੇ ਜਿਹੜੇ ਇਨਸਾਨ ਐਸਾ ਕੁਝ ਨਹੀਂ ਕਰ ਪਾਏ, ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਵਿਕਾਰੀ ਬਿਰਤੀ ਬਣ ਗਈ, ਝੂਠ ਬੋਲਣ ਦੀ ਆਦਤ ਪੈ ਗਈ, ਈਰਖਾ ਦੀ ਆਦਤ ਪੈ ਗਈ, ਚੋਰੀ ਦੀ ਪੈ ਗਈ, ਨਸ਼ਿਆਂ ਆਦਿ ਦੀ ਆਦਤ ਪੈ ਗਈ, ਤਾਂ ਜੇ ਉਹ ਬਦਲਣਾ ਚਾਹਣ ਤਾਂ ਬਦਲ ਉਹ ਵੀ ਸਕਦੇ ਨੇ, ਇੰਪੋਸੀਬਲ ਨਹੀਂ ਹੈ। ਆਦਤਾਂ ਨੂੰ ਬਦਲਣਾ ਥੋੜਾ ਜਿਹਾ ਔਖਾ ਤਾਂ ਜ਼ਰੂਰ ਹੁੰਦਾ ਹੈ, ਸਾਨੂੰ ਯਤਨ ਕਰਨਾ ਪੈਂਦਾ। ਜੇ ਕੋਈ ਠੀਕ ਢੰਗ ਦੇ ਨਾਲ ਯਤਨ ਕਰੇ ਗੁਰਮਤਿ ਆਸ਼ੇ ਅਨੁਸਾਰ, ਤਾਂ ਉਹ ਵੀ ਆਪਣੀਆਂ ਵਿਗੜੀਆਂ ਹੋਈਆਂ ਆਦਤਾਂ ਨੂੰ ਸੁਧਾਰ ਸਕਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਹੀ ਅਗਲਾ ਸ਼ਲੋਕ ਹੈ, ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ, ਸ਼ਬਦ ਦੇ ਰਾਹੀਂ। ਇਹਦਾ ਅਰਥ ਇਹ ਨਹੀਂ ਕਰਾਂਗੇ ਕਿ ਸ਼ਬਦ ਦਾ ਵਿਚਾਰ ਨਹੀਂ ਕੀਤਾ, ਸ਼ਬਦ ਦੇ ਰਾਹੀਂ। ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਭਾਵ ਗੁਰੂ ਦਰਸਾਏ ਮਾਰਗ ਤੇ ਨਹੀਂ ਚੱਲੇ, ਸ਼ਬਦ ਨਾ ਕੀਤੋ ਵਿਚਾਰ, ਔਰ ਜਿਨ੍ਹਾਂ ਨੇ ਸ਼ਬਦ ਦੀ ਰਾਹੀਂ ਵਿਚਾਰ ਨਹੀਂ ਕੀਤੀ, ਗੁਰੂ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਵਿਚਾਰ ਨਹੀਂ ਕੀਤੀ। ਆਪਣੀ ਵਿਚਾਰ ਤਾਂ ਬੰਦਾ ਕਰਦਾ ਹੀ ਹੈ ਨਾ, ਮਨ ਦੇ ਪਿੱਛੇ ਚੱਲ ਕੇ ਜਿੰਨੀ ਕੁ ਸਮਝ ਹੈ ਉਨੀ ਕੁ ਵਿਚਾਰ ਤੇ ਬੰਦਾ ਚੰਗੀ ਮੰਦੀ ਕਰਦਾ ਹੈ, ਜੈਸੀ ਵੀ ਕਰਦਾ ਹੈ। ਪਰ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਜਿਨ੍ਹਾਂ ਨੇ ਵਿਚਾਰ ਨਹੀਂ ਕੀਤੇ, ਗੁਰੂ ਗਿਆਨ ਮੁਤਾਬਕ ਜੋ ਜ਼ਿੰਦਗੀ ਨਹੀਂ ਜੀਂਦੇ, ਗੁਰੂ ਉਪਦੇਸ਼ ਰਾਹੀਂ ਜਿਨ੍ਹਾਂ ਨੇ ਵਿਚਾਰ ਨਹੀਂ ਕੀਤੀ, ਜਿਨ੍ਹਾਂ ਨੇ ਗੁਰਮਤਿ ਆਸ਼ੇ ਅਨੁਸਾਰ ਆਪਣੇ ਵਿਚਾਰ ਨਹੀਂ ਬਣਾਏ, ਗੁਰੂ ਜੀ ਕਹਿੰਦੇ ਨੇ ਅੰਤਰ ਗਿਆਨ ਨਾ ਆਇਓ। ਉਹਨਾਂ ਦੇ ਅੰਦਰ ਸੂਝ ਪੈਦਾ ਨਹੀਂ ਹੁੰਦੀ, ਉੱਚੀ ਸਮਝ ਪੈਦਾ ਨਹੀਂ ਹੁੰਦੀ, ਉਹਨਾਂ ਨੂੰ ਆਤਮਿਕ ਜੀਵਨ ਦੀ ਸੂਝ ਨਹੀਂ ਪੈਦਾ ਹੁੰਦੀ ਕਿ ਆਤਮਿਕ ਜੀਵਨ ਕੀ ਹੈ, ਉੱਚੀ ਸਮਝ ਪੈਦਾ ਨਹੀਂ ਹੁੰਦੀ, ਉਹਨਾਂ ਦੇ ਅੰਦਰ ਕਾਮਨ ਸੈਂਸ ਪੈਦਾ ਨਹੀਂ ਹੁੰਦੀ, ਉਹ ਭਲੇ ਬੁਰੇ ਦੀ ਪਛਾਣ ਕਰਨ ਜੋਗੇ ਨਹੀਂ ਰਹਿ ਜਾਂਦੇ। ਤੇ ਜਿਨ੍ਹਾਂ ਦੇ ਅੰਦਰ ਉੱਚੀ ਸੂਝ ਪੈਦਾ ਨਹੀਂ ਹੋਈ, ਜਿਨ੍ਹਾਂ ਦੇ ਅੰਦਰ ਸੱਚ ਪੈਦਾ ਨਹੀਂ ਹੋਇਆ, ਜੋ ਸੱਚ ਦੇ ਆਧਾਰ ਤੇ ਫੈਸਲਾ ਨਹੀਂ ਲੈ ਸਕਦੇ, ਸੱਚੀ ਜ਼ਿੰਦਗੀ ਨਹੀਂ ਜੀ ਰਹੇ, ਗੁਰੂ ਜੀ ਕਹਿੰਦੇ ਨੇ ਮਿਰਤਕ ਹੈ ਸੰਸਾਰ। ਉਹ ਬੰਦਾ ਸੰਸਾਰ ਦੇ ਅੰਦਰ ਮੋਇਆ ਹੀ ਹੋਇਆ ਹੈ, ਜਿਉਂਦਾ ਵੀ ਮੋਇਆ ਬਰਾਬਰ ਹੀ ਹੈ, ਉਹਨੂੰ ਮੁਰਦਾ ਹੀ ਸਮਝੋ। ਕਿਉਂਕਿ ਜੋ ਜਿਉਂਦਾ ਬੰਦਾ ਹੈ ਨਾ, ਜਿਉਂਦੇ ਬੰਦੇ ਦੀ ਨਿਸ਼ਾਨੀ ਇਹ ਹੈ ਕਿ ਉਹ ਬੋਲਦਾ ਹੈ, ਵੇਖਦਾ ਹੈ, ਸੁਣਦਾ ਹੈ, ਉਹ ਕਿਸੇ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਾ ਹੈ। ਤੇ ਜਦੋਂ ਬੰਦਾ ਮਰ ਜਾਂਦਾ ਨਾ ਸਰੀਰ ਕਰਕੇ, ਸਰੀਰ ਦੇ ਅੰਗ ਉਹਦੇ ਸਾਰੇ ਉਸੇ ਤਰ੍ਹਾਂ ਹੀ ਨੇ, ਜ਼ਬਾਨ ਵੀ ਹੈ, ਅੱਖਾਂ ਵੀ ਹੈ ਨੇ, ਹੱਥ ਵੀ ਨੇ, ਪੈਰ ਵੀ ਨੇ, ਪਰ ਹੁਣ ਪੈਰਾਂ ਨਾਲ ਉਹ ਤੁਰ ਨਹੀਂ ਸਕਦਾ, ਹੱਥਾਂ ਨਾਲ ਕੁਝ ਕਰਦਾ ਨਹੀਂ, ਜ਼ਬਾਨ ਨਾਲ ਬੋਲਦਾ ਨਹੀਂ, ਅੱਖਾਂ ਨਾਲ ਵੇਂਦਾ ਨਹੀਂ, ਦਿਮਾਗ ਨਾਲ ਸੋਚਦਾ ਨਹੀਂ, ਮ੍ਰਿਤਕ ਹੋ ਗਿਆ ਨਾ। ਤੇ ਜਿਹੜਾ ਬੰਦਾ ਕਿਸੇ ਦੇ ਦੁੱਖ ਦਰਦ ਨੂੰ ਵੇਖ ਕੇ ਜੇ ਉਹਦਾ ਦਿਲ ਨਹੀਂ ਪਿਘਲਦਾ, ਜੇ ਉਹਦੇ ਅੰਦਰ ਸਹਿਯੋਗ ਦੀ ਭਾਵਨਾ ਨਹੀਂ ਆਉਂਦੀ, ਤਾਂ ਮੁਰਦਾ ਹੀ ਹੈ ਨਾ ਬੰਦਾ। ਜਿਹੜਾ ਬੰਦਾ ਕਿਸੇ ਨਾਲ ਪਿਆਰ ਦੇ ਨਾਲ ਨਹੀਂ ਬੋਲਦਾ, ਮੁਰਦਾ ਹੀ ਹੈ ਨਾ।
जो किसी डिगे हुए नूं गलवकड़ी दे नाल नहीं लगांदा मुर्दा ही है ना, मीनस जिस दे अंदर नैगेटिविटी है, जिहदे अंदर नकारात्मक विचार ने, ਤਾਂ ਉਹ ਬੰਦਾ ਆਤਮਿਕ ਤੌਰ ਤੇ ਮਰਿਆ ਹੀ ਹੋਇਆ ਹੈ, ਕਿਉਂਕਿ ਉਹਦੇ ਅੰਦਰ ਵਿਚਾਰ ਹੀ ਨੈਗੇਟਿਵ ਨੇ, ਵਿਚਾਰ ਹੀ ਨਕਾਰਾਤਮਕ ਨੇ, ਵਿਚਾਰ ਹੀ ਗੈਰ ਇਨਸਾਨੀਅਤ ਵਾਲੇ ਨੇ, ਹੈਵਾਨੀਅਤ ਵਾਲੇ ਨੇ। ਤਾਂ ਜਿਹਦੇ ਅੰਦਰ ਗਿਆਨ ਜਾਂ ਉੱਚੀ ਸੂਝ ਪੈਦਾ ਨਹੀਂ ਹੋਈ, ਗੁਰੂ ਜੀ ਕਹਿੰਦੇ ਇਸ ਦੁਨੀਆ ਦੇ ਵਿੱਚ ਉਹ ਜਿਉਂਦਾ ਹੀ ਮੋਇਆਂ ਦੇ ਬਰਾਬਰ ਹੈ, ਉਹਨੂੰ ਇੱਕ ਜਿਉਂਦੀ ਲਾਸ਼ ਹੀ ਸਮਝਣਾ ਚਾਹੀਦਾ। ਲੱਖ 84 ਫੇਰ ਪਿਆ ਮਰ ਜੰਮੇ ਹੋਈ ਖੁਆਰ। ਹੁਣ ਇੱਥੇ 84 ਲੱਖ ਸ਼ਬਦ ਵਰਤ ਰਹੇ ਨੇ, ਕਿਉਂਕਿ ਹਿੰਦੂਇਜ਼ਮ ਵਿੱਚ ਮੰਨਿਆ ਗਿਆ ਹੈ ਕਿ 84 ਲੱਖ ਜੂਨਾਂ ਨੇ ਔਰ ਬੰਦਾ 84 ਲੱਖ ਜੂਨਾਂ ਦੇ ਵਿੱਚ ਜੰਮਦਾ ਮਰਦਾ ਰਹਿੰਦਾ। ਜੋ ਪ੍ਰਚਲਿਤ ਸ਼ਬਦਾਵਲੀ ਹੈ ਉਹਨੂੰ ਗੁਰੂ ਜੀ ਵਰਤ ਰਹੇ ਨੇ, ਪਰ ਗੁਰੂ ਜੀ ਆਪ ਸਿਰਫ 84 ਲੱਖ ਜੂਨਾਂ ਨਹੀਂ ਮੰਨਦੇ। ਗੁਰੂ ਜੀ ਕਹਿੰਦੇ ਨੇ ਕੋਟ ਜੂਨੀ ਭਰਮ ਆਵੇ, ਅਨੇਕਾਂ ਜਨਮ, ਕਰੋੜਾਂ ਜਨਮ ਨੇ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੈ, ਕਿਉਂਕਿ ਗੁਰੂ ਜੀ ਰੱਬ ਦੀ ਇਸ ਕਾਇਨਾਤ ਨੂੰ ਅਨੰਤ ਮੰਨਦੇ ਨੇ। ਤੇ ਜੇ ਅਸੀਂ ਇਹ ਮੰਨ ਲਈਏ ਕਿ ਸਿਰਫ 84 ਲੱਖ ਜੂਨਾਂ ਹੀ ਨੇ, ਤਾਂ ਫਿਰ ਰੱਬ ਅਨੰਤ ਨਾ ਹੋਇਆ, ਫਿਰ ਤਾਂ ਉਹਦਾ ਅੰਤ ਪਾ ਲਿਆ ਗਿਆ। ਤੇ ਜਦੋਂ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਜੂਨਾਂ ਬਾਰੇ, ਤਾਂ ਕਰੀਬ 87 ਲੱਖ ਜੂਨਾਂ ਦੀ ਖੋਜ ਜਿਹੜੇ ਨੇ ਇਹ ਸਾਇੰਸਦਾਨ ਕਰ ਚੁੱਕੇ ਨੇ। ਇਸ ਲਈ 84 ਲੱਖ ਜੂਨ ਜਿਹੜੇ ਨੇ ਹਿੰਦੂ ਵੀਰ ਮੰਨਦੇ ਨੇ, ਉਹਨਾਂ ਦੀ ਸ਼ਬਦਾਵਲੀ ਨੂੰ ਗੁਰੂ ਜੀ ਨੇ ਉਸੇ ਤਰ੍ਹਾਂ ਵਰਤਿਆ ਹੈ। ਫੇਰ ਪਿਆ ਦਾ ਮਤਲਬ ਭਟਕਣਾ ਦੇ ਅੰਦਰ ਬੰਦਾ ਪਿਆ ਰਹਿੰਦਾ ਹੈ। ਹੁਣ ਲੱਖ 84 ਫੇਰ ਪਿਆ ਦਾ ਮਤਲਬ ਉਹਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੋ ਜਾਂਦੀਆਂ। ਜਿਹੜਾ ਬੰਦਾ ਕੌਣ, ਜਿਸ ਨੇ ਸਤਿਗੁਰ ਦੀ ਦੱਸੀ ਕਾਰ ਨਹੀਂ ਕੀਤੀ, ਸ਼ਬਦ ਰਾਹੀਂ ਵਿਚਾਰ ਨਹੀਂ ਕੀਤੀ, ਜਿਹਦੇ ਅੰਦਰ ਸੂਝ ਉੱਚੀ ਪੈਦਾ ਨਹੀਂ ਹੋਈ, ਜਿਹੜਾ ਮੁਰਦਾ ਬੰਦਾ ਹੈ, ਉਹ ਬੰਦਾ ਫਿਰ ਜਿਹੜਾ ਹੈ ਪਸ਼ੂ ਬਿਰਤੀਆਂ ਦੇ ਵਿੱਚ ਪੈ ਜਾਂਦਾ ਹੈ, ਉਹਦੇ ਅੰਦਰ ਇਨਸਾਨੀਅਤ ਨਹੀਂ ਰਹਿ ਜਾਂਦੀ। ਜਿਵੇਂ ਅਸੀਂ ਕਹਿੰਦੇ ਆ ਨਾ ਫਲਾਂ ਬੰਦਾ ਤੇ ਖੋਤਾ ਹੈ, ਹੁਣ ਇਹ ਨਹੀਂ ਕਿ ਉਹਦੇ ਲੰਮੇ ਲੰਮੇ ਕੰਨ ਹੋ ਗਏ ਨੇ ਤੇ ਪੂਛ ਹੋ ਗਈ ਹੈ ਤੇ ਖੋਤੇ ਤਰ੍ਹਾਂ ਹੀਂਗਦਾ ਨਾ। ਖੋਤਾ ਇੱਕ ਪ੍ਰਤੀਕ ਹੈ, ਬਿੰਬ ਹੈ, ਮੂਰਖਤਾ ਦਾ ਪ੍ਰਮਾਣ ਹੈ। ਜਿਹਨੂੰ ਅਸੀਂ ਮੂਰਖ ਬੰਦਾ ਹੈ ਨਾ, ਉਹਨੂੰ ਖੋਤਾ ਕਹਿ ਦਿੰਦੇ। ਫਲਾਂ ਬੰਦਾ ਤੇ ਡੰਗਰ ਹੈ, ਡੰਗਰ ਦਾ ਮਤਲਬ ਕਿ ਉਹਦੇ ਅੰਦਰ ਸੂਝ ਸਮਝ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਹ ਇਨਸਾਨ ਇਹਨਾਂ ਪਸ਼ੂ ਬਿਰਤੀਆਂ ਦੇ ਵਿੱਚ ਪੈ ਜਾਂਦਾ ਹੈ। ਮਰ ਜੰਮੇ ਹੋਏ ਖੁਆਰ, ਮਰ ਜੰਮੇ ਦਾ ਮਤਲਬ ਜੰਮਣ ਤੋਂ ਲੈ ਕੇ ਮਰਨ ਤੱਕ, ਜੰਮੇ ਔਰ ਮਰੇ, ਯਾਨੀ ਜਦੋਂ ਜੰਮਦਾ ਹੈ ਉਦੋਂ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਉਹ ਬੰਦਾ ਖੁਆਰ ਹੀ ਹੁੰਦਾ ਹੈ। ਹੁਣ ਜਿਸ ਬੰਦੇ ਦੇ ਅੰਦਰ ਪਸ਼ੂ ਬਿਰਤੀਆਂ ਨੇ, ਜਿਹਦੇ ਅੰਦਰ ਹੈਵਾਨੀਅਤ ਹੈ, ਉਹ ਸਾਰਾ ਜਨਮ ਖੁਆਰ ਹੀ ਹੋਏਗਾ। ਤੇ ਕੱਲਾ ਆਪ ਖੁਆਰ ਨਹੀਂ ਹੋਏਗਾ, ਉਹ ਦੂਜਿਆਂ ਨੂੰ ਹੀ ਖੁਆਰ ਕਰੇਗਾ। ਇਹ ਉਹਦੀ ਗੱਲ ਹੈ ਜੋ ਇਨਸਾਨ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀ ਰਿਹਾ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ ਸੋਏ। ਸਤਿਗੁਰ ਦੀ ਸੇਵਾ ਉਹ ਕਰਦਾ ਹੈ ਜਿਸ ਨੂੰ ਪ੍ਰਭੂ ਆਪ ਕਰਾਂਦਾ ਹੈ, ਯਾਨੀ ਜੋ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਆਪ ਕਰਾਏ ਸੋਏ ਦਾ ਮਤਲਬ ਇਹ ਨਹੀਂ ਕਿ ਰੱਬ ਆਪ ਆਣ ਕੇ ਹੱਥ ਫੜ ਕੇ ਲਗਾਉਂਦਾ ਵੀ ਤੂੰ ਵੀ ਸੇਵਾ ਵਿੱਚ ਲੱਗ ਤੇ ਤੂੰ ਨਾ ਲੱਗ। ਇੱਥੇ ਆਪ ਕਰਾਏ ਸੋਏ ਦਾ ਮਤਲਬ ਹੁਕਮ ਦੇ ਅੰਦਰ, ਹੁਕਮ ਦੇ ਅੰਦਰ ਹੈ ਨਾ ਸੇਵਾ, ਸਿਸਟਮ ਦੇ ਅੰਦਰ ਹੈ। ਜੋ ਇਸ ਸਿਸਟਮ ਨੂੰ ਫੋਲੋ ਕਰੇਗਾ, ਸੇਵਾ ਵਾਲੇ ਨੂੰ, ਉਹ ਸੇਵਾ ਕਰ ਲਵੇਗਾ। ਤੇ ਜੋ ਮਤਲਬ ਦੂਜੇ ਸਿਸਟਮ ਨੂੰ ਫੋਲੋ ਕਰੇਗਾ ਕਿ ਮੈਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਣੀ, ਉਹ ਦੂਰ ਚਲਾ ਜਾਏਗਾ। ਇਹ ਸਾਰੇ ਦਾ ਸਾਰਾ ਕੁਝ ਸਿਸਟਮ ਦੇ ਅੰਦਰ ਹੈ। ਥੋੜੀ ਜਿਹੀ ਬਾਰੀਕ ਗੱਲ ਹੈ, ਇਹਨੂੰ ਸਮਝਣ ਦੀ ਲੋੜ ਹੈ। ਤੇ ਕਰੀਬ ਕਰੀਬ ਮੇਰੇ ਖਿਆਲ ਦੇ ਵਿੱਚ ਅਸੀਂ ਸਾਰੇ ਚੀਜ਼ ਨੂੰ ਸਮਝ ਚੁੱਕੇ ਹਾਂ। ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਨਾ ਕਿ ਮਾਸਟਰ ਪੜ੍ਹਾ ਰਿਹਾ ਹੈ, ਸਾਰਾ ਸਾਲ ਪੜ੍ਹਾਉਂਦਾ ਹੈ, 2 + 2 = 4 ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਬੱਚਿਆਂ ਨੇ ਪੜ੍ਹਿਆ ਵੀ ਹੈ। ਤੇ ਮਾਸਟਰ ਚਾਹੁੰਦਾ ਹੈ ਕਿ ਸਾਰੇ ਬੱਚੇ ਪਾਸ ਹੋਣ। ਮਾਸਟਰ ਦਾ ਕਿਸੇ ਬੱਚੇ ਦੇ ਨਾਲ ਵੈਰ ਨਹੀਂ ਹੁੰਦਾ, ਪਰ ਜਦੋਂ ਪੇਪਰਾਂ ਦੇ ਵਿੱਚ ਜੇ ਕੋਈ ਬੱਚਾ ਲਿਖਦਾ ਨਾ 2 + 2 = 3, ਤਾਂ ਮਾਸਟਰ ਉਹਨੂੰ 0 ਨੰਬਰ ਦਿੰਦਾ ਹੈ। ਹਾਲਾਂਕਿ ਮਾਸਟਰ ਦਾ ਉਹਦੇ ਨਾਲ ਕੋਈ ਵੈਰ ਨਹੀਂ ਹੈ, ਪਰ ਇਹ ਸਿਸਟਮ ਹੈ ਨਾ ਕਿ ਪੂਰੇ ਨੰਬਰ ਉਹਨੂੰ ਹੀ ਮਿਲਣਗੇ। 2 + 2 = 4 ਕਹਿਣ ਵਾਲੇ ਨੂੰ, 3 ਕਹਿਣ ਵਾਲੇ ਨੂੰ ਵੀ 0 ਮਿਲੇਗੀ ਤੇ 5 ਕਹਿਣ ਵਾਲੇ ਨੂੰ ਵੀ 0 ਮਿਲੇਗੀ। ਮਾਸਟਰ ਨੇ ਹੀ ਪੜਾਇਆ ਹੈ, ਮਾਸਟਰ ਨੇ ਨੇਮ ਬਣਾਏ ਨੇ, ਨੰਬਰ ਨਿਸ਼ਚਿਤ ਕੀਤੇ ਨੇ, ਔਰ ਮਾਸਟਰ ਹੀ ਆਪਣੇ ਬੱਚਿਆਂ ਨੂੰ 0 ਦੇ ਕੇ ਫੇਲ ਕਰ ਰਿਹਾ ਹੈ। ਹੁਣ ਮਾਸਟਰ ਨਹੀਂ ਕਰ ਰਿਹਾ, ਉਹ ਸਿਸਟਮ ਦੇ ਅੰਦਰ ਫੇਲ ਹੋ ਰਹੇ ਨੇ।
ਤੇ ਜਿਹੜਾ ਪਾਸ ਹੋ ਰਿਹਾ ਹੈ ਉਸ ਸਿਸਟਮ ਦੇ ਅੰਦਰ ਪਾਸ ਹੋ ਰਿਹਾ ਹੈ। ਮਾਸਟਰ ਦਾ ਚਾਰ ਕਹਿਣ ਵਾਲੇ ਦੇ ਨਾਲ ਵੱਖਰਾ ਪਿਆਰ ਨਹੀਂ ਹੈ ਤੇ ਤਿੰਨ ਕਹਿਣ ਵਾਲਿਆਂ ਦੇ ਨਾਲ ਵੱਖਰੀ ਉਹਦੀ ਕੋਈ ਦੁਸ਼ਮਣੀ ਨਹੀਂ ਹੈ, ਲੇਕਿਨ ਸਿਸਟਮ ਹੈ ਨਾ, ਜੋ ਤਿੰਨ ਕਹੇਗਾ ਉਹ ਫੇਲ ਹੋਏਗਾ, ਜੋ ਚਾਰ ਕਹੇਗਾ ਉਹ ਪਾਸ ਹੋਏਗਾ। ਇਸੇ ਤਰ੍ਹਾਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ ਉਹਦਾ ਜੀਵਨ ਸਫਲ ਹੋ ਜਾਏਗਾ, ਜੋ ਉਸ ਸਿਸਟਮ ਨੂੰ ਫੋਲੋ ਨਹੀਂ ਕਰੇਗਾ ਉਹਦੀ ਜ਼ਿੰਦਗੀ ਵਿੱਚ ਦੁਖੀ ਹੋਏਗਾ। ਇਸੇ ਨੂੰ ਕਹਿੰਦੇ ਨੇ ਜਿਸ ਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਨਾਮ ਨਿਧਾਨ ਦਾ ਮਤਲਬ ਨਾਮ ਦਾ ਖਜ਼ਾਨਾ। ਸਤਿਗੁਰ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਗਿਆਨ ਦਾ ਖਜ਼ਾਨਾ ਹੈ। ਸਤਿਗੁਰ ਕੋਲ ਗਿਆਨ ਦਾ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ ਹੈ। ਕਰਮ ਪ੍ਰਾਪਤ ਹੋਏ, ਇੱਥੇ ਕਰਮ ਦਾ ਮਤਲਬ ਉਦਮ ਦੇ ਨਾਲ ਪ੍ਰਾਪਤ ਹੋਏਗਾ। ਗੁਰੂ ਦੇ ਕੋਲ ਗਿਆਨ ਦਾ ਖਜ਼ਾਨਾ ਤੇ ਹੈ, ਗੁਰੂ ਦੇ ਕੋਲ ਗੁਣਾਂ ਦਾ ਖਜ਼ਾਨਾ ਹੈ, ਪਰ ਹੁਣ ਮਿਲੇਗਾ ਕਿਹਨੂੰ? ਜਿਹੜਾ ਉਦਮ ਕਰੇਗਾ ਤਾਂ ਹੀ। ਸਮੁੰਦਰ ਪਾਣੀ ਦਾ ਭਰਿਆ ਹੋਇਆ ਹੈ, ਪਰ ਉੱਥੋਂ ਪਾਣੀ ਲਿਆਏਗਾ ਕੌਣ? ਜਿਹੜਾ ਉਦਮ ਕਰੇਗਾ ਤਾਂ ਹੀ ਹੈ। ਗੁਰਦੁਆਰਾ ਸਾਹਿਬ ਲੰਗਰ ਤਿਆਰ ਹੈ, ਪ੍ਰਬੰਧਕਾਂ ਵੱਲੋਂ ਅਨਾਉਂਸ ਕੀਤੀ ਗਈ ਹੈ ਕਿ ਸਾਧ ਸੰਗਤ ਲੰਗਰ ਪ੍ਰਸ਼ਾਦਾ ਛਕ ਕੇ ਜਾਇਓ। ਲੰਗਰ ਦੇ ਵਿੱਚ ਲੰਗਰ ਵਰਤਾਨ ਵਾਲੇ ਸੇਵਾਦਾਰ ਵੀ ਹਾਜ਼ਰ ਨੇ, ਪਰ ਹੁਣ ਇੰਨਾ ਉਦਮ ਤੇ ਕਰਨਾ ਪਵੇਗਾ ਨਾ, ਲੰਗਰ ਤੱਕ ਤੇ ਜਾਣਾ ਪਵੇਗਾ, ਲਾਈਨ ਵਿੱਚ ਤੇ ਲੱਗਣਾ ਪਵੇਗਾ, ਥਾਲੀ ਤਾਂ ਚੱਕਣੀ ਪਵੇਗੀ, ਪ੍ਰਸ਼ਾਦਾ ਤਾਂ ਪਵਾਉਣਾ ਪਵੇਗਾ। ਤੇ ਜੇ ਕੋਈ ਇੰਨਾ ਉਦਮ ਨਾ ਕਰੇ ਤਾਂ ਉਹ ਲੰਗਰ ਦੇ ਹੁੰਦਿਆਂ ਵੀ ਭੁੱਖਾ ਰਹਿ ਜਾਏਗਾ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਬੜੇ ਸੁੱਖ ਫੈਲੇ ਹੋਏ ਨੇ, ਖੁਸ਼ੀਆਂ ਚਾਰ ਚੁਫੇਰੇ ਖਿਲ ਰਹੀਆਂ ਨੇ, ਅਨੰਤ ਗੁਣ ਨੇ ਇਸ ਦੁਨੀਆ ਵਿੱਚ, ਪਰ ਉਦਮ ਤੇ ਕਰਨਾ ਪਵੇਗਾ ਨਾ। ਸੱਚ ਬੋਲਣ ਲਈ ਉਦਮ ਤਾਂ ਕਰਨਾ ਪਵੇਗਾ, ਦਇਆ ਵਾਸਤੇ, ਪ੍ਰੇਮ ਵਾਸਤੇ, ਕਿਰਤ ਕਰਨ ਲਈ, ਜ਼ਿੰਦਗੀ ਨੂੰ ਸੁਧਾਰਨ ਲਈ, ਜ਼ਿੰਦਗੀ ਵਿੱਚ ਵਿਕਾਸ ਕਰਨ ਲਈ, ਪੋਜ਼ਿਟਿਵ ਥਿੰਕਿੰਗ ਵਾਸਤੇ, ਜਾਂ ਰਾਜਨੀਤਿਕ, ਧਾਰਮਿਕ, ਆਰਥਿਕ ਤੌਰ ਤੇ ਤਰੱਕੀ ਕਰਨ ਵਾਸਤੇ ਉਦਮ ਤਾਂ ਕਰਨਾ ਪਵੇਗਾ। ਉਦਮ ਤੋਂ ਬਿਨਾਂ ਕੁਛ ਨਹੀਂ ਹੈ। ਇਸ ਲਈ ਗੁਰੂ ਜੀ ਨੇ ਥਾਂ ਪਰ ਥਾਂ ਬਚਨ ਕੀਤਾ ਹੈ, ਉਦਮ ਕਰੇਂਦਿਆਂ ਜੀਉ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰੂ ਦੇ ਕੋਲ ਗਿਆਨ ਦਾ ਖਜ਼ਾਨਾ ਹੈ, ਗਿਆਨ ਦਾ ਭੰਡਾਰਾ ਹੈ, ਗੁਣਾਂ ਦਾ ਭੰਡਾਰਾ ਹੈ, ਪਰ ਕਰਮ ਰਾਹੀਂ ਪ੍ਰਾਪਤ ਹੁੰਦਾ ਹੈ, ਉਦਮ ਰਾਹੀਂ ਪ੍ਰਾਪਤ ਹੁੰਦਾ ਹੈ। ਜਿਹੜਾ ਉਦਮ ਕਰਦਾ ਹੈ ਗੁਰੂ ਕਿਰਪਾ ਕਰਕੇ ਉਹਨੂੰ ਉਦਾਤ ਦੇ ਦਿੰਦਾ ਹੈ। ਸੱਚ ਰਤੇ ਗੁਰ ਸ਼ਬਦ ਸਿਉ, ਤਿਨ ਸੱਚੀ ਸਦਾ ਲਿਵ ਹੋਏ। ਸੱਚ ਰਤੇ ਗੁਰ ਸ਼ਬਦ ਸਿਉ, ਗੁਰ ਸ਼ਬਦ ਸਿਉ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ। ਸੱਚ ਦਾ ਮਤਲਬ ਸੱਚ ਵਿੱਚ, ਗੁਰੂ ਗਿਆਨ ਰਾਹੀਂ ਜੋ ਸੱਚ ਦੇ ਅੰਦਰ ਰੰਗੇ ਗਏ ਨੇ, ਜਿਨ੍ਹਾਂ ਨੇ ਆਪਣੀ ਸੋਚ ਨੂੰ ਸੱਚ ਵਿੱਚ ਰੰਗ ਲਿਆ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਫਿਰ ਉਹ ਸੱਚ ਹੀ ਬੋਲਦੇ ਨੇ, ਉਹਨਾਂ ਦੀ ਮੈਂਟੈਲਿਟੀ ਵੀ ਸੱਚੀ, ਬੋਲ ਵੀ ਸੱਚੇ, ਵਿਹਾਰ ਵੀ ਸੱਚੇ, ਉਹਨਾਂ ਨੇ ਆਪਣੀ ਸੋਚ ਨੂੰ ਸੱਚ ਦੇ ਅੰਦਰ ਰੰਗ ਲਿਆ। ਕਿਹਨਾਂ ਨੇ? ਜਿਨ੍ਹਾਂ ਨੇ ਗੁਰੂ ਗਿਆਨ ਦੀ ਵਰਤੋਂ ਕੀਤੀ। ਸੱਚ ਰਤੇ ਗੁਰ ਸ਼ਬਦ ਸਿਉ, ਜਿਨ੍ਹਾਂ ਨੇ ਗੁਰੂ ਉਪਦੇਸ਼, ਗੁਰੂ ਗਿਆਨ, ਗੁਰੂ ਦੀ ਵਿਚਾਰਧਾਰਾ, ਫਿਲਾਸਫੀ ਰਾਹੀਂ ਆਪਣੇ ਆਪੇ ਨੂੰ ਸੱਚ ਦੇ ਅੰਦਰ ਰੰਗ ਲਿਆ, ਉਹਨਾਂ ਦੀ ਨਿਸ਼ਾਨੀ ਕੀ ਹੈ? ਕਿਉਂਕਿ ਸਾਰੇ ਹੀ, ਵੈਸੇ ਤੇ ਮੈਂ ਵੀ ਕਹਿ ਦਿਆਂਗਾ ਕਿ ਮੈਂ ਜੀ ਗੁਰੂ ਨਾਲ ਪਿਆਰ ਕਰਦਾ, ਮੈਂ ਵੀ ਕਹਿ ਦਿਆਂਗਾ, ਪਰ ਨਿਸ਼ਾਨੀ ਕੀ ਹੈ? ਤਿੰਨ ਸੱਚੀ ਸਦਾ ਲਿਵ ਹੋਏ। ਲਿਵ ਦਾ ਮਤਲਬ ਲਗਨ। ਉਹਨਾਂ ਦੀ ਲਗਨ ਵੀ ਹਮੇਸ਼ਾ ਸੱਚੀ ਹੁੰਦੀ, ਉਹਨਾਂ ਦੀ ਲਗਨ ਝੂਠ ਵਾਸਤੇ ਨਹੀਂ ਹੈ। ਉਹਨਾਂ ਦੇ ਅੰਦਰ ਝੂਠ ਬੋਲਣ ਦਾ ਵਿਚਾਰ ਵੀ ਪੈਦਾ ਕਦੇ ਨਹੀਂ ਹੋਏਗਾ, ਫੁਰਨਾ ਵੀ ਨਹੀਂ ਫੁਰੇਗਾ। ਕਿਸੇ ਦੇ ਨਾਲ ਈਰਖਾ ਕਰਨ ਦਾ ਫੁਰਨਾ ਵੀ ਨਹੀਂ ਫੁਰੇਗਾ। ਜਿਵੇਂ ਅਸੀਂ ਇਹ ਗੱਲ ਕਰ ਰਹੇ ਸੀ ਨਾ ਪਹਿਲਾਂ, ਕਲਾਸ ਸ਼ੁਰੂ ਹੋਣ ਤੋਂ ਪਹਿਲਾਂ, ਕਿ ਜੋ ਵੀ ਸਾਡੇ ਵਿਤਕਰੇ ਨੇ ਇੱਕ ਦੂਜੇ ਦੇ ਨਾਲ, ਤਾਂ ਉਹਨਾਂ ਦੇ ਅੰਦਰ ਵਿਤਕਰਿਆਂ ਵਾਲਾ ਫੁਰਨਾ ਵੀ ਨਹੀਂ ਫੁਰੇਗਾ। ਵਿਤਕਰਾ ਕਰਨਾ ਤਾਂ ਦੂਰ ਦੀ ਗੱਲ, ਵਿਤਕਰੇ ਵਾਲਾ ਫੁਰਨਾ ਵੀ ਨਹੀਂ ਫੁਰੇਗਾ। ਉਹ ਰੰਗ ਕਰਕੇ, ਨਸਲ ਕਰਕੇ ਕਿਸੇ ਦੇ ਨਾਲ ਵਿਤਕਰਾ ਨਹੀਂ ਕਰੇਗਾ। ਹਾਂ, ਇਹ ਤਾਂ ਜ਼ਰੂਰ ਹੈ ਕਿ ਜਿਹੜਾ ਮਾਣ, ਆਦਰ, ਸਤਕਾਰ ਹੈ ਉਹ ਤੇ ਭਾਈ ਗੁਣਾ ਕਰਕੇ ਮਿਲਣਾ ਹੈ, ਚਾਹੇ ਕਿਸ ਦਾ ਰੰਗ ਸਾਫ ਸੁਥਰਾ ਹੈ ਜਾਂ ਕਿਸ ਦਾ ਰੰਗ ਕਾਲਾ ਗੋਰਾ ਹੈ। ਇਹ ਜਿਹੜੇ ਮਾਣ ਸਤਕਾਰ ਹੈ ਨਾ, ਉਹ ਰੰਗ ਔਰ ਨਸਲ ਕਰਕੇ ਨਹੀਂ, ਇਹ ਤਾਂ ਕੁਆਲਿਟੀ ਕਰਕੇ ਮਿਲੇਗਾ, ਇਹ ਤਾਂ ਗੁਣਾ ਕਰਕੇ ਮਿਲੇਗਾ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਸ਼ਬਦ ਰਾਹੀਂ ਆਪਣੇ ਆਪ ਨੂੰ ਸੱਚ ਦੇ ਅੰਦਰ ਰੰਗ ਲਿਆ, ਉਹਨਾਂ ਦੀ ਲਗਨ ਹਮੇਸ਼ਾ ਸੱਚ ਵਾਸਤੇ ਹੁੰਦੀ ਹੈ, ਉਹਨਾਂ ਦੀ ਲਗਨ ਸੱਚੀ ਹੈ, ਔਰ ਉਹ ਸੱਚੀ ਲਗਨ ਰਾਹੀਂ ਕਾਮਯਾਬੀ ਹਾਸਲ ਕਰਦੇ
ਨਾਨਕ ਜਿਸਨੂੰ ਮੇਲੇ ਨਾ ਵਿਛੁੜੈ ਸਹਿਜ ਸਮਾਵੈ ਸੋਏ। ਇਹਨੂੰ ਵਿਛੁੜੇ ਨਹੀਂ ਬੋਲਣਾ, ਵਿਛੁੜੈ। ਵਿਛੜੇ ਵੀ ਨਹੀਂ ਪੜਨਾ, ਛੱਛੇ ਥੱਲੇ ਔਂਕੜ ਵੀ ਬੁਲਾਣਾ ਹੈ, ਔਰ ਰਾੜੇ ਦੇ ਨਾਲ ਦੁਲਾਵਾਂ ਨੇ। ਨਾਨਕ ਜਿਸ ਨੂੰ ਮੇਲੇ ਨਾ ਵਿਛੁੜੈ ਸਹਿਜ ਸਮਾਵੈ ਸੋਏ। ਜਿਹਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ, ਇੱਕ ਵਾਰੀ ਜਿਹੜਾ ਮਿਲ ਗਿਆ ਨਾ ਵਿਛੁੜੇ, ਉਹ ਮੁੜ ਕੇ ਵਿਛੁੜਦਾ ਨਹੀਂ। ਜਿਵੇਂ ਇੱਕ ਨਿੱਕੀ ਜਿਹੀ ਬੂੰਦ ਸਮੁੰਦਰ ਦੇ ਵਿੱਚ ਡਿੱਗ ਪਵੇ, ਸਮੁੰਦਰ ਵਿੱਚ ਮਿਲ ਗਈ ਨਾ, ਤਾਂ ਉਹਨੂੰ ਹੁਣ ਵਿਛੋੜਿਆ ਨਹੀਂ ਜਾ ਸਕਦਾ। ਜੇ ਅਸੀਂ ਕਹੀਏ ਕਿ ਸੇਮ ਉਹੀ ਪਾਣੀ ਬੂੰਦ ਵਾਲਾ ਬਾਹਰ ਕੱਢੀਏ ਤਾਂ ਨਹੀਂ ਨਿਕਲੇਗਾ। ਇਸੇ ਤਰ੍ਹਾਂ ਜਿਹੜਾ ਇੱਕ ਵਾਰੀ ਰੱਬ ਦੇ ਵਿੱਚ ਮਿਲ ਗਿਆ, ਜਿਹਨੇ ਆਪਣੀ ਸੁਰਤ ਨੂੰ ਰੱਬੀ ਗੁਣਾਂ ਦੇ ਅੰਦਰ ਮਿਲਾ ਲਿਆ, ਲੀਨ ਕਰ ਲਿਆ, ਉਹ ਮੁੜ ਕੇ ਵਿਛੁੜਦਾ ਨਹੀਂ। ਸਹਿਜ ਸਮਾਵੈ ਸੋਏ। ਸਹਿਜ ਦਾ ਮਤਲਬ ਆਤਮਕ ਅਡੋਲਤਾ ਦੇ ਅੰਦਰ ਉਹ ਸਦਾ ਵਾਸਤੇ ਟਿਕ ਜਾਂਦਾ ਹੈ। ਉਹਨੂੰ ਭਾਵੇਂ ਫਿਰ ਆਰੇ ਨਾਲ ਭਾਵੇਂ ਚੀਰ ਦਿਓ, ਪਰ ਸੱਚ ਨਾਲ ਉਹ ਨਹੀਂ ਟੁੱਟਦਾ। ਉਹਦੇ ਬੱਚੇ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਭਾਵੇਂ ਪਾ ਦਿਓ, ਪਰ ਉਹ ਸੱਚ ਨਾਲ ਉਹ ਨਹੀਂ ਟੁੱਟਦਾ। ਉਹਨੂੰ ਚਰਖੜੀ ਤੇ ਚੜਾ ਕੇ ਟੂੰਬੇ ਟੂੰਬੇ ਉਡਾ ਦਿਓ, ਪਰ ਉਹ ਸੱਚ ਦੇ ਨਾਲ ਉਹ ਨਹੀਂ ਟੁੱਟਦਾ। ਜਿਹੜਾ ਇੱਕ ਵਾਰੀ ਮਿਲ ਜਾਂਦਾ ਨਾ, ਜਿਹਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ, ਜਿਹਦੀ ਸੁਰਤ ਸੱਚ ਦੇ ਅੰਦਰ ਮਿਲ ਜਾਂਦੀ ਹੈ, ਮੁੜ ਕੇ ਉਹ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਤੇ ਉਹ ਕਦੇ ਵੀ ਛੁੱਟਦਾ ਨਹੀਂ। ਹੁਣ ਅਗਲਾ ਬਚਨ ਕਰਦੇ ਨੇ, ਸੋ ਭਗਉਤੀ ਜੋ ਭਗਵੰਤੈ ਜਾਣੈ। ਭਗਉਤੀ ਕਹਿੰਦੇ ਨੇ ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਦਾ ਭਗਤ, ਜੋ ਨੱਚਣ ਕੁੱਦਣ ਦੀ ਰਾਹੀਂ ਆਪਣੀ ਭਗਤੀ ਜ਼ਾਹਰ ਕਰਦਾ ਹੈ ਰਾਸ ਲੀਲਾ ਕਰਕੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਰੱਬ ਦਾ ਸੱਚਾ ਭਗਤ ਹੈ ਨਾ, ਉਹ ਹੈ ਜਿਹੜਾ ਭਗਵੰਤ ਨੂੰ ਜਾਣਦਾ ਹੈ। ਭਗਵੰਤ ਦਾ ਮਤਲਬ ਸਰਬ ਵਿਆਪਕ ਪ੍ਰਭੂ। ਜਾਣਦਾ ਦਾ ਮਤਲਬ ਇਸ ਦੁਨੀਆ ਦੇ ਵਿੱਚ ਵਸਦਾ ਹੋਇਆ ਵੇਖਦਾ ਹੈ, ਉਹਦੇ ਨਾਲ ਜਾਣ ਪਛਾਣ ਬਣਾਉਂਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ। ਅਸਲੀ ਰੱਬ ਦਾ ਭਗਤ ਉਹ ਹੈ, ਕੇਵਲ ਨੱਚਣ ਟੱਪਣ ਦੇ ਨਾਲ ਭਗਤੀ ਨਹੀਂ ਹੁੰਦੀ, ਵੇਸ਼ ਧਾਰਨ ਕਰਨ ਦੇ ਨਾਲ ਭਗਤੀ ਨਹੀਂ ਹੁੰਦੀ। ਗੁਰ ਪ੍ਰਸਾਦੀ ਆਪ ਪਛਾਣੈ। ਰੱਬ ਦਾ ਅਸਲੀ ਭਗਤ ਉਹ ਹੈ ਜੋ ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੇ ਗਿਆਨ ਰਾਹੀਂ ਆਪਣੇ ਆਪੇ ਦੀ ਪਛਾਣ ਕਰਦਾ ਹੈ, ਸੈਲਫ ਐਨਾਲਿਸਿਸ ਕਰਦਾ ਹੈ ਕਿ ਮੇਰੇ ਅੰਦਰ ਕੀ ਅਵਗੁਣ ਨੇ, ਕੀ ਦੋਸ਼ ਨੇ, ਕੀ ਗੁਣ ਨੇ, ਮੈਂ ਕਿੱਥੇ ਖੜਾ ਹਾਂ, ਮੇਰੇ ਅੰਦਰ ਕੀ ਪੋਸੀਬਿਲਿਟੀਜ਼ ਨੇ, ਮੈਂ ਕਿੱਥੇ ਪਹੁੰਚ ਸਕਦਾ ਹਾਂ। ਧਾਵਤ ਰੱਖੈ ਇਕਤ ਕਰ ਆਣੈ। ਧਾਵਤ ਦਾ ਮਤਲਬ ਦੌੜਦਾ ਹੋਇਆ ਮਨ। ਜਿਹੜਾ ਮਨ ਵਾਸ਼ਨਾ ਵੱਲ ਦੌੜਦਾ ਹੈ ਨਾ, ਰੱਖੈ ਦਾ ਮਤਲਬ ਉਹਨੂੰ ਸਾਂਭ ਕੇ ਰੱਖਦਾ, ਰੋਕ ਕੇ ਰੱਖਦਾ, ਉਹ ਆਪਣੇ ਮਨ ਨੂੰ ਵਾਸ਼ਨਾ ਵੱਲ ਦੌੜਨ ਨਹੀਂ ਦਿੰਦਾ। ਇਕਤ ਕਰ ਆਣੇ ਦਾ ਮਤਲਬ ਇੱਕ ਟਿਕਾਣੇ ਤੇ ਲਿਆਉਂਦਾ ਹੈ, ਸੱਚ ਦੇ ਉੱਤੇ। ਇਕਤ ਘਰ ਦਾ ਮਤਲਬ ਸੱਚ, ਇੱਕ ਟਿਕਾਣਾ, ਗੋਲ। ਉਹਦਾ ਗੋਲ ਹੈ ਸਚਿਆਰ ਹੋਣਾ। ਉਹ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਇੱਕ ਘਰ ਵਿੱਚ ਸੱਚ ਦੇ ਅੰਦਰ ਜੋੜ ਕੇ ਰੱਖਦਾ ਹੈ, ਦੌੜਨ ਨਹੀਂ ਦਿੰਦਾ। ਜੀਵਤ ਮਰੈ ਹਰ ਨਾਮ ਵਖਾਣੇ। ਉਹ ਜਿਉਂਦਿਆਂ ਹੀ ਮਰ ਜਾਂਦਾ ਹੈ। ਭਾਵ ਇੱਥੇ ਜੀਵਤ ਮਰਨ ਤੋਂ ਹੈ ਔਗਣਾ ਵੱਲੋਂ ਆਪਣੇ ਆਪ ਨੂੰ ਵਰਜ ਲੈਣਾ, ਆਪਣੀ ਈਗੋ ਨੂੰ ਮਾਰ ਲੈਣਾ, ਆਪੇ ਭਾਵ ਨੂੰ ਮਾਰ ਲੈਣਾ। ਉਹ ਆਪੇ ਭਾਵ ਨੂੰ ਮਾਰਦਾ ਹੈ ਮਾਇਆ ਵੱਲੋਂ। ਹਰ ਨਾਮ ਵਖਾਣੇ ਦਾ ਮਤਲਬ ਰੱਬੀ ਗੁਣਾਂ ਦਾ ਉਹ ਧਾਰਨੀ ਹੁੰਦਾ ਹੈ, ਰੱਬੀ ਗੁਣਾਂ ਦੀ ਉਹ ਗੱਲ ਕਰਦਾ ਹੈ। ਐਸਾ ਭਗਉਤੀ ਉੱਤਮ ਹੋਏ। ਇਹੋ ਜਿਹਾ ਜਿਹੜਾ ਭਗਉਤੀ ਹੈ ਨਾ, ਉਹ ਉੱਤਮ ਹੈ, ਉਹ ਚੰਗਾ ਹੈ। ਉਹਨੂੰ ਅਸੀਂ ਭਗਉਤੀ, ਭਗਤ, ਰੱਬ ਦਾ ਪਿਆਰਾ ਕਹਿ ਸਕਦੇ ਹਾਂ, ਨੱਚਣ ਟੱਪਣ ਵਾਲੇ ਨੂੰ ਨਹੀਂ। ਨਾਨਕ ਸੱਚ ਸਮਾਵੈ ਸੋਏ। ਗੁਰੂ ਜੀ ਕਹਿੰਦੇ ਨੇ ਐਸਾ ਜਿਹੜਾ ਰੱਬ ਦਾ ਪਿਆਰਾ ਹੈ, ਉਹ ਸੱਚ ਦੇ ਅੰਦਰ ਸਦਾ ਸਦਾ ਵਾਸਤੇ ਸਮਾ ਜਾਂਦਾ ਹੈ। ਹੁਣ ਅਗਲਾ ਬਚਨ ਕਰਦੇ ਨੇ, ਅੰਤਰ ਕਪਟ ਭਗਉਤੀ ਕਹਾਏ। ਜੇ ਅੰਦਰ ਕਪਟ ਹੋਵੇ, ਛਲ ਹੋਵੇ, ਤੇ ਆਪਣੇ ਆਪ ਨੂੰ ਰੱਬ ਦਾ ਸੱਚਾ ਭਗਤ ਵੀ ਅਖਵਾਵੇ, ਬਾਣਾ ਪਾ ਕੇ, ਚੋਲੇ ਪਾ ਕੇ, ਮਾਲਾ ਪਾ ਕੇ, ਨੱਚ ਟੱਪ ਕੇ, ਰਾਸ ਲੀਲਾ ਕਰਕੇ, ਅੰਦਰ ਦਾ ਕਪਟੀ ਹੋਵੇ, ਖੋਟਾ ਹੋਵੇ, ਠੱਗੀਆਂ ਮਾਰਦਾ ਹੋਵੇ, ਬਗਲਾ ਭਗਤ ਹੋਵੇ, ਤੇ ਆਪਣੇ ਆਪ ਨੂੰ ਰੱਬ ਦਾ ਭਗਤ ਅਖਵਾਏ। ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਇੱਥੇ ਪਾਖੰਡ ਦੇ ਡੱਡੇ ਨਾਲ ਸਿਹਾਰੀਏ, ਪਖੰਡ ਨਾਲ, ਪਖੰਡ ਦੇ ਜਰੀਏ, ਵਿਖਾਵੇ ਦੇ ਨਾਲ ਰੱਬ ਨੂੰ ਕਦੇ ਨਹੀਂ ਪਾਇਆ ਜਾਂਦਾ। ਵਿਖਾਵਾ ਕਰ ਕਰਕੇ ਕਦੇ ਵੀ ਰੱਬ ਨੂੰ ਪਾਇਆ ਨਹੀਂ ਜਾਂਦਾ। ਪਰ ਨਿੰਦਾ ਕਰੇ ਅੰਤਰ ਮਲ ਲਾਏ। ਜਿਹੜਾ ਬੰਦਾ ਪਰਾਈ ਨਿੰਦਿਆ ਕਰਦਾ ਹੈ, ਝੂਠੀ ਬਦਖੂਈ ਕਰਦਾ ਹੈ, ਉਹ ਆਪਣੇ ਅੰਦਰ ਮੈਲ ਭਰ ਲੈਂਦਾ ਹੈ। ਅਵਗੁਣਾਂ ਦੀ ਗੱਲ ਕਰਦਾ ਕਰਦਾ ਆਪ ਵੀ ਅਵਗੁਣਿਆਰਾ ਬਣ ਜਾਂਦਾ ਹੈ। ਨੈਗੇਟਿਵ ਥਿੰਕਿੰਗ ਰੱਖਦਾ, ਆਪ ਨੈਗੇਟਿਵਿਟੀ ਦੀ ਥੋਕ ਦੀ ਏਜੰਸੀ ਉਹ ਬਣ ਜਾਂਦਾ ਹੈ। ਬਾਹਰ ਮਲ ਧੋਵੈ
मन की झूठ ना जाए। बाहर दी मैल धोंदा फिरदा है, तीर्थां ते नहाउंदा है, कपड़े साफ सुथरे पा लैंदा है, माला पा लैंदा है, चोले पा लैंदा है, लेकिन मन दी झूठ एवें नहीं जांदी चोले पाउण नाल। मन दी झूठ तीर्थां ते नहाउण दे नाल नहीं जांदी। मन दी झूठ जिहड़ी है बाहरी विखावे दे नाल नहीं जांदी। सतसंगत स्यों बाद रचाए, बाद दा मतलब झगड़ा। ਜਿਹੜਾ ਮਨੁੱਖ ਸਤਸੰਗਤ ਦੇ ਨਾਲ ਝਗੜਾ ਪਾਈ ਰੱਖਦਾ ਹੈ, ਸੰਗਤ ਨਾਲ ਝਗੜਾ ਪਾਉਣ ਦਾ ਮਤਲਬ ਜਿਹਨੂੰ ਸੱਚ ਦੀ ਸੰਗਤ ਚੰਗੀ ਨਹੀਂ ਲੱਗਦੀ, ਸੱਚ ਦੀ ਸੰਗਤ ਹੀ ਨਹੀਂ ਕਰਦਾ, ਝੂਠ ਦੇ ਵਿੱਚ ਖੱਚਤ ਰਹਿੰਦਾ ਹੈ, ਸੱਚੇ ਇਨਸਾਨਾਂ ਦੇ ਨਾਲ ਵਾਦ ਰਚਾਈ ਰੱਖਦਾ ਹੈ। ਅਨਦਿਨ ਦੁਖੀਆ ਦੂਜੇ ਭਾਏ ਰਚਾਏ, ਉਹ ਦੂਜੇ ਭਾਵ ਦੇ ਅੰਦਰ ਰਚਿਆ ਹੋਇਆ ਦਿਨ ਰਾਤ ਹਮੇਸ਼ਾ ਦੁਖੀ ਔਰ ਅਸ਼ਾਂਤ ਰਹਿੰਦਾ ਹੈ। ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ, ਰੱਬ ਨੂੰ ਨਹੀਂ ਚੇਤਦਾ, ਰੱਬੀ ਗੁਣਾਂ ਨੂੰ ਯਾਦ ਨਹੀਂ ਕਰਦਾ, ਰੱਬੀ ਰਜਾ ਦੇ ਵਿੱਚ ਨਹੀਂ ਤੁਰਦਾ। ਬਹੁ ਕਰਮ ਕਮਾਏ ਦਾ ਮਤਲਬ ਹੋਰ ਕੰਮ ਬੜੇ ਕਰਦਾ ਹੈ, ਵਰਤ ਰੱਖ ਲੈਂਦਾ ਹੈ, ਨਰਾਤੇ ਰੱਖ ਲੈਂਦਾ ਹੈ, ਜਪ ਤਪ ਸੰਜਮ ਕਰ ਲੈਂਦਾ ਹੈ, ਤੀਰਥਾਂ ਤੇ ਨਹਾ ਹੁੰਦਾ ਹੈ, ਹੋਰ ਐਸੇ ਪੁੱਠੇ ਸਿੱਧੇ ਕੰਮ ਕਰੀ ਜਾਂਦਾ ਹੈ, ਲੇਕਿਨ ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਰੱਬੀ ਰਜਾ ਦੇ ਵਿੱਚ ਨਹੀਂ ਤੁਰਦਾ। ਇਹ ਉਹਨਾਂ ਦੀ ਗੱਲ ਹੈ ਜੋ ਸੱਚ ਨਾਲੋਂ ਟੁੱਟੇ ਨੇ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। पूर्व लिखिया का मतलब ये नहीं कि रब ने साडी किस्मत लिख के भेजी है। पूर्व लिखिया का मतलब पास्ट दे अंदर जो साडा बीत गया समा है, ਇਹਦੇ ਵਿੱਚ जो ਅਸੀਂ अपने अंदर संस्कार पैदा कर लेने, जो सुभाव बना लिया है, आदतां बना लईਆਂ ने, ਉਹਨਾਂ ਨੂੰ ਮਿਟਾਇਆ नहीं जा सकता कर्म कांडां दे नाल। नानक बिन सतगुर सेवे मोख ना पाए। गुरु जी कहते ने गुरु दे दसे राहां ते तुरन तो बिना कदी भी बंदा इन्हां विकारां तो, पापां तो, अपराधां तो मुक्ति हासिल नहीं कर सकता। सतगुर जिनी ध्याया से कड़ ना सवाही, कड़ दा मतलब कड़ कड़ के सड़ सड़ के, सवाही दा मतलब सुआह नहीं हुंदे। जिन्हां ने सतगुरु दा ध्यान धरिया है वो बंदे सुआह नहीं हुंदे सड़ सड़ के, मतलब वो हर रोज दुखी नहीं हुंदे। नहीं तो आम बंदा ते हर चढ़दे सूरज दुखी हुंदा है ना। जिन्हां ने गुरु का ध्यान धरिया है, जो गुरु के दसे राह ते तुरदे ने, वो चढ़े सूरज दुखी नहीं हुंदे, कड़ कड़ के सुआह नहीं हुंदे। सतगुरु जिनी ध्याया से तृप्त अगाही, जिन्हां ने गुरु का ध्यान धरिया है, गुरमत आशे अनुसार जिंदगी जीवी है, वो रजे रहंदे ने, वो तृप्त रहंदे ने, पूर्ण तौर ते तृप्त ने। उन्हां दी जिंदगी अंदर विकारां दी और तृष्णा आदि नहीं हुंदी। सतगुरु जिनी ध्याया तिन जम डर नाही, जिन्हां ने सतगुरु का ध्यान धरिया है उन्हां नूं जमां दा डर नहीं। एक तां शरीरक मौत का भी डर नहीं, उन्हां नूं पता है कि रब्बी रजा विच होनी होनी है। दूजे नंबर ते उन्हां नूं आत्मक मौत का भी डर नहीं हुंदा, क्योंकि उन्हां दे नेड़े आत्मक मौत आउंदी ही नहीं है। जिनको हुआ कृपाल हर से सतगुर पैरी पाही, जिन्हां दे उत्ते सतगुरु रब रहमत करदा है, यानी जो रब्बी रजा नूं फॉलो करदे ने, वो जाके सतगुरु दे पैरी पै जांदे, भाव गुरु दे दसे राहां ते चलदे ने। तिन ऐथे ओथे मुख उजले, हर दरगाह पैधे जाही। पैधे जाही दा मतलब सरूपा लेना, इज्जत मान हासिल करनी। ऐथे ओथे दा मतलब हर थां ते, मुख उजले दा मतलब उन्हां नूं मान मिलदा है। वो ऐथे ओथे हर थां सुरखरू रहिंदे ने और रब्बी दरगाह दे अंदर भी वो वडियाई पांदे ने। ते रब्बी दरगाह किहड़ी है, ये असीं विचार कर ही चुके हैं। जिथे रब होएगा उत्थे रब दी दरगाह होएगी। आ सारा संसार ही रब दी दरगाह है, आ सारा संसार ही रब दा घर है। यह जग सच्चे की है कोठड़ी, सच्चे का विश्वास। यानी जिथे सच दे आधार ते फैसले हुंदे ने, उत्थे भी बंदा वो मान आदर और सत्कार पांदा है। तां अज दी विचार असीं इत्थे समाप्त करदे हां। अज दे इन्हां श्लोक